Good afternoon, student. Good afternoon, everyone. ਹੋਲੀ ਜਿੰਨੀਆਂ ਦੋ ਕਲਾਸਾਂ ਹੋਈਆਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ। ਠੀਕ ਹੈ ਜੀ। ਦੋਨੋਂ ਕਲਾਸਾਂ ਤੁਹਾਨੂੰ ਲਾਈਵ ਵੀ ਅਵੇਲੇਬਲ ਨੇ ਔਰ YouTube ਚੈਨਲ ਤੇ ਵੀ ਅਵੇਲੇਬਲ ਨੇ ਲਾਂਚਪੈਡ ਦੇ। ਬਿਕੋਜ਼ ਲਾਂਚਪੈਡ ਇਹਨਾਂ ਕਲਾਸਿਸ ਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕਰ ਰਹੇ ਥੋੜੇ ਸਾਰਿਆਂ ਲਈ, ਤਾਂ ਕਿ ਤੁਸੀਂ ਬੈਟਰ ਤਿਆਰੀ ਕਰ ਸਕੋ ਤੇ ਅੱਗੇ ਵੱਧ ਸਕੋ ਆਪਣੇ ਕੰਪੀਟੀਟਿਵ ਐਗਜ਼ਾਮ ਲਈ। ਸੋ ਡੇ 1 ਚ ਆਪਾਂ ਪੜਿਆ था ਕਿ ਮੀਨ ਕੀ ਹੁੰਦਾ ਹੈ। ਡੇ 2 ਚ ਆਪਾਂ ਪੜਿਆ ਮੀਡੀਅਨ ਕੀ ਹੈ, ਮੋਡ ਕੀ ਹੈ। ਦੇਖੋ ਕਲਾਸ ਆਵਾਜ਼ ਆ ਰਹੀ ਹੈ ਸਾਰਿਆਂ ਨੂੰ? गुड आफ्टरनून जी, गुड आफ्टरनून। सबने आवाज आ रही है क्लियर? देखो वीडियो क्लियर है, आवाज क्लियर है। ओके जी। ओके डन। और लेक्चर 3 शुरू करेंगे। मीन तो एक बारी। हाँ जी। लेक्चर 3 शुरू करेंगे अपन मीन तो, क्योंकि अब जो हल तो अपना। सही है। हाँ जी, आवाज रुकी है जी। हेलो। ओके जी, दोनों क्लियर ने आवाज ਤੇ ਵੀਡੀਓ? ਠੀਕ ਹੈ। तो ਆਪਾਂ ਸ਼ੁਰੂ ਕਰਦੇ ਹਾਂ। ਦੇਖੋ ਡੇ 1 ਤੁਸੀਂ ਅਗਰ ਅੱਜ ਵੀ ਜੁੜ ਰਹੇ ਹੋ ਸਾਡੇ ਨਾਲ ਡੇ 3 ਤੇ, ਤਾਂ ਸਭ ਤੋਂ ਪਹਿਲਾਂ ਡੇ 1 ਦੀ ਵੀਡੀਓ ਹੈ ਜਿਹਦੇ ਵਿੱਚ ਅਸੀਂ ਮੀਨ ਡਿਸਕਸ ਕੀਤਾ ਹੈ ਬਹੁਤ ਚੰਗੇ ਤਰੀਕੇ ਨਾਲ। ਤੁਸੀਂ ਮੀਨ ਉੱਥੋਂ ਸਟੱਡੀ ਕਰੋਗੇ। ਦੈਨ ਡੇ 2 ਚ ਜਾਓਗੇ ਤਾਂ ਤੁਹਾਨੂੰ ਮੀਡੀਅਨ ਤੇ ਮੋਡ ਬਾਰੇ ਪਤਾ ਚੱਲੇਗਾ। ਅਗਰ ਆਪਾਂ ਗੱਲ ਕਰੀਏ ਸਟੈਟਸ ਦੇ ਵਿੱਚ, ਸਟੈਟ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਫੈਕਟ ਹੈ ਉਹ ਮੀਨ, ਮੀਡੀਅਨ, ਮੋਡ ਤੋਂ ਅੱਗੇ ਚੱਲਦਾ ਹੈ ਵੇਰੀਐਂਸ, ਸਟੈਂਡਰਡ ਡੇਵੀਏਸ਼ਨ ਤੱਕ। ਬੇਸਿਕਲੀ ਸਟੈਟਿਸਟਿਕਸ ਕੀ ਹੈ? ਆਪਾਂ ਕਹਿੰਦੇ ਹਾਂ ਸਟੈਟਿਸਟਿਕਸ ਬੇਸਿਕਲੀ ਨੰਬਰਸ ਨੇ, ਡਾਟਾ ਹੈ ਜਿਹਨੂੰ ਆਪਾਂ ਐਨਾਲਾਈਜ਼ ਕਰਦੇ ਹਾਂ ਉਹਦੀ ਵੇਰੀਏਸ਼ਨ ਚੈੱਕ ਕਰਨ ਲਈ, ਉਹਦਾ ਇੱਕ ਸੈਂਪਲ ਸਾਈਜ਼ ਕੱਢਣ ਲਈ। ਹੁਣ ਹੁੰਦਾ ਕਿ ਸੈਂਪਲ ਕੀ ਹੁੰਦਾ ਹੈ? ਸੈਂਪਲ ਦਾ ਮਤਲਬ ਹੁੰਦਾ ਹੈ ਸਟੈਟਸ ਦੇ ਵਿੱਚ ਬਹੁਤ ਜ਼ਰੂਰੀ ਚੀਜ਼ ਮੈਂ ਡਿਸਕਸ ਕਰਨ ਜਾ ਰਿਹਾ। ਜਦੋਂ ਇਹ ਸੁਣੋਗੇ ਤਾਂ ਤੁਹਾਨੂੰ ਅੱਗੇ ਸਮਝ ਆਊਗਾ ਮੈਂ ਕਿਉਂ ਗੱਲ ਕਰ ਰਿਹਾ ਐਵੇਂ। ਮੀਨ, ਮੀਡੀਅਨ, ਮੋਡ, ਵੇਰੀਐਂਸ ਤੇ ਸਟੈਂਡਰਡ ਡੇਵੀਏਸ਼ਨ, ਇਹ ਪੰਜ ਚੀਜ਼ਾਂ ਹੁੰਦੀਆਂ ਨੇ ਅਗਰ ਆਪਾਂ ਗੱਲ ਕਰਦੇ ਹਾਂ ਕਿਸੇ ਵੀ ਸਟੈਟਸ ਦੀ ਫਾਊਂਡੇਸ਼ਨ ਦੇ ਵਿੱਚ। ਡੇ 1, ਡੇ 2, ਡੇ 3 ਇਸ ਲਈ ਰੱਖਿਆ ਗਿਆ ਜੀ ਤਾਂ ਕਿ ਤੁਹਾਡੀ ਫਾਊਂਡੇਸ਼ਨ ਸਟਰੋਂਗ ਹੋ ਸਕੇ। ਇੱਕ ਵਾਰੀ ਫਾਊਂਡੇਸ਼ਨ ਸਟਰੋਂਗ ਹੋ ਗਈ ਫਿਰ ਤੁਸੀਂ ਖੁਦ ਜਿਹੜੇ PYQs ਨੇ GS3 ਦੇ ਪੋਰਸ਼ਨ ਚ ਆਉਂਦੇ ਨੇ ਸਟੈਟਿਸਟਿਕਸ ਦੇ, ਖੁਦ ਸੋਲਵ ਕਰ ਸਕਦੇ ਹੋ। ਠੀਕ ਹੈ ਜੀ। ਅਸੀਂ ਵੀ ਕਰਾਵਾਂਗੇ ਲਾਂਚਪੈਡ IAS ਦੇ, ਤੁਸੀਂ YouTube ਚੈਨਲ ਤੇ ਦੇਖੋਗੇ ਸਾਰੀ ਕੰਪਲੀਟ ਸੀਰੀਜ਼ ਤੁਹਾਨੂੰ ਫ੍ਰੀ ਆਫ ਕਾਸਟ ਮਿਲੂਗੀ, ਉਸ ਤੇ ਆਪਾਂ ਸਭ ਕੁਝ ਕਰਾਵਾਂਗੇ। ਠੀਕ ਹੈ ਜੀ। ਤੇ ਇਨ ਸ਼ਾਰਟ ਪਹਿਲਾਂ ਆਪਣੇ ਦਿਮਾਗ 'ਚ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਆਪਣੇ ਕੋਲ ਕੁਐਸਚਨ ਕਿਵੇਂ ਦੇ ਆਉਂਦੇ ਨੇ। ਕੁਐਸਚਨ ਦੇਖੋ, ਅਗਰ ਤੁਸੀਂ ਧਿਆਨ ਨਾਲ ਦੇਖੋਗੇ ਮੇਰੀ ਦੋ ਵੀਡੀਓਜ਼, ਮੈਂ ਦੋ ਕੁਐਸਚਨ ਦਿਖਾਏ ਵੀ ਨੇ। ਹਲੇ ਬਾਕੀ ਸ਼ੁਰੂ ਕਰਾਂਗੇ ਪਰ ਜਿਹੜੇ ਦੋ ਦਿਖਾਏ ਨੇ, ਦੋ ਜਾਂ ਤਿੰਨ ਆਪਾਂ ਐਜ਼ ਅ ਸੈਂਪਲ। ਤਾਂ ਕਹਿਣ ਦਾ ਭਾਵ ਦੇਖੋ ਆ ਗਿਆ ਵਰਡ ਸੈਂਪਲ। ਸੈਂਪਲ ਕੀ ਹੁੰਦਾ? ਮੇਰੇ ਕੋਲ ਬਹੁਤ ਸਾਰੇ ਕੁਐਸਚਨਸ ਨੇ ਪਰ ਮੈਂ ਸਾਰੇ ਹਲੇ ਡਿਸਪਲੇ ਨਹੀਂ ਕਰ ਸਕਦਾ था ਕਿਉਂਕਿ ਮੈਂ ਲੈਕਚਰ ਦੇ ਵਿੱਚ ਪੜ੍ਹਾਉਣਾ ਵੀ ਸੀ। ਤਾਂ ਉਹ ਇੱਕ ਦੋ ਕੁਐਸਚਨ ਸੈਂਪਲ ਤੌਰ ਤੇ ਆ ਗਿਆ। ਇਸੀ ਤਰ੍ਹਾਂ ਜਦ ਆਪਣੇ ਕੋਲ ਇੱਕ ਬਹੁਤ ਬੜਾ ਡਾਟਾ ਹੁੰਦਾ ਹੈ, ਉਸ ਡਾਟਾ ਦੇ ਵਿੱਚੋਂ ਆਪਾਂ ਕੁਝ ਸਿਲੈਕਟ ਕਰਕੇ ਵੈਲਿਊਜ਼ ਉਹਦੀ ਇਨਫੋਰਮੇਸ਼ਨ ਲੈ ਲਈਏ, ਉਸੇ ਨੂੰ ਆਪਾਂ ਸੈਂਪਲ ਕਹਿੰਦੇ ਹਾਂ। ਹੁਣ ਜਿਵੇਂ ਕਿ ਤੁਹਾਨੂੰ ਦਾ ਬੈਸਟ ਐਗਜ਼ਾਮਪਲ ਦੱਸਦਾ, ਜਦੋਂ ਇਲੈਕਸ਼ਨ ਪ੍ਰੋਸੈਸ ਹੁੰਦਾ ਹੈ, ਇਲੈਕਸ਼ਨ ਤੋਂ ਬਾਅਦ ਜਿੰਨੀ ਵੀ ਨਿਊਜ਼ ਏਜੰਸੀਜ਼ ਨੇ, ਆਪਣੇ ਮੀਡੀਆ ਹਾਊਸਸ ਨੇ, ਉਹ ਇੱਕ ਸੈਂਪਲ ਸਾਈਜ਼ ਲੈਂਦੇ ਨੇ। ਸੈਂਪਲ ਸਾਈਜ਼ ਮਤਲਬ ਕਿਸੇ ਪਿੰਡ 'ਚ ਗਏ, ਉੱਥੇ ਸਪੋਜ਼ ਕਰ ਲਓ 1000 ਬੰਦੇ ਨੇ। ਹੁਣ 1000 ਨਾਲ ਕਨੈਕਟ ਹੋਣਾ ਥੋੜਾ ਮੁਸ਼ਕਿਲ ਆ। ਉਹ ਇੱਕ ਸੈਂਪਲ ਰੱਖ ਲੈਂਦੇ ਨੇ ਕਿ ਬਸ 100 ਲੋਕਾਂ ਤੋਂ ਪੁੱਛਾਂਗੇ ਕਿ ਉਹਨੇ ਕਿਹਨੂੰ ਵੋਟ ਕੀਤਾ ਜਾਂ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਜਾਂ ਕਿਹੜੇ ਕੈਂਡੀਡੇਟ ਉਹਨਾਂ ਦੇ ਫੇਵਰੇਟ ਨੇ। ਤਾਂ ਉਹ ਜਿਹੜਾ ਆਪਾਂ 1000 ਦੇ ਵਿੱਚੋਂ 100 ਵੈਲ ਲਿੱਤੀ, ਦੈਟ ਇਜ਼ ਕਾਲਡ ਸੈਂਪਲ, ਦੈਟ ਇਜ਼ ਕਾਲਡ ਡੇਟਾ, ਦੈਟ ਇਜ਼ ਕਾਲਡ ਨੰਬਰ। ਫਿਰ ਉਹ ਉਹਨਾਂ ਸੈਂਪਲ ਸਾਈਜ਼ ਦੇ ਉੱਪਰ ਕੰਮ ਕਰਨਗੇ। ਹੁਣ ਇੱਕ ਪਿੰਡ ਹੈ ਜੀ, 1000 ਵਿਅਕਤੀ ਨੇ, ਐਵੇਂ ਆਪਾਂ ਨੂੰ ਪਤਾ ਹੈ ਅਪਰੋਕਸੀਮੇਟਲੀ ਪੰਜਾਬ 'ਚ ਹੀ 12,581 ਪਿੰਡ ਨੇ। ਤਾਂ 12,581 ਪਿੰਡਾਂ 'ਚ ਅਪਰੋਕਸ ਤੋਂ ਅਪਰੋਕਸ ਆਪਾਂ ਕਹਿੰਦੇ ਹਾਂ 2.7 ਕਰੋੜ ਦੀ ਪੋਪੂਲੇਸ਼ਨ ਹੈ। ਹੁਣ ਅਪਰੋਕਸੀਮੇਟਲੀ 3 ਕਰੋੜ ਮੰਨ ਕੇ ਚੱਲ ਸਕਦੇ ਹਾਂ। ਤਾਂ 3 ਕਰੋੜ ਬੰਦਿਆਂ ਤੋਂ ਉਹਨਾਂ ਦਾ ਵਿਊ ਪੁੱਛਣਾ ਕਿ ਉਹਨਾਂ ਨੂੰ ਸਰਕਾਰ ਪਸੰਦ ਹੈ ਨਹੀਂ ਹੈ, ਕੀ ਵਿਊ ਨੇ, ਥੋੜਾ ਮੁਸ਼ਕਿਲ ਕੰਮ ਹੈ। ਕੋਈ ਵੀ ਨਿਊਜ਼ ਏਜੰਸੀ ਜਾਂ ਕੋਈ ਵੀ ਏਜੰਸੀ ਇਸ ਤੇ ਕੰਮ ਕਰਦੀ ਹੈ ਤਾਂ ਉਹਦੇ ਲਈ ਇਹ ਥੋੜਾ ਜਿਹਾ ਵਰਕ ਮੁਸ਼ਕਿਲ ਹੋ ਚੁੱਕਾ। ਉਹ ਕੀ ਕਰਨਗੇ? ਉਹਨਾਂ ਨੇ ਦੇਖਿਆ ਕਿ 12,581 ਪਿੰਡ ਨੇ ਪੰਜਾਬ 'ਚ,
ਇਸ ਚੋਂ ਹਰ ਇੱਕ ਪਿੰਡ ਦਾ ਇੱਕ ਡਾਟਾ ਲੈ ਚੱਕ ਲਿਆ। ਐਵਰੇਜਲੀ ਜਸਟ ਐਗਜ਼ਾਮਪਲ ਲੈ ਰਿਹਾ ਮੈਂ, 1000 ਤੋਂ 1200 ਪਰਸਨ ਆ ਗਏ। ਸੋ ਇੰਨੇ ਬੰਦਿਆਂ ਨੂੰ ਕਵਰ ਕਰਨਾ ਮੁਸ਼ਕਿਲ ਹੈ। ਦੈਨ ਉਹ ਕੀ ਕਰਨਗੇ, ਹਰ ਪਿੰਡ ਦਾ ਇੱਕ 100 ਸਾਈਜ਼ ਰੱਖ ਲੈਣਗੇ ਕਿ ਆਪਾਂ ਇਹ ਕੰਮ ਕਰਦੇ ਹਾਂ। 12,581 ਪਿੰਡਾਂ ਚੋਂ ਹਰ ਪਿੰਡ ਦੇ 100 ਵਿਅਕਤੀਆਂ ਨੂੰ ਅਸੀਂ ਪੁੱਛ ਲਾਂਗੇ ਵੀ ਤੁਸੀਂ ਕਿਸ ਪਾਰਟੀ ਵੱਲੋਂ, ਕੀ ਤੁਸੀਂ ਸਰਕਾਰ ਦੇ ਕੰਮਕਾਰ ਤੋਂ ਖੁਸ਼ ਹੋ, ਜਾਂ ਤੁਹਾਨੂੰ ਕੀ ਕਮੀ ਲੱਗਦੀ ਹੈ, ਜਾਂ ਤੁਹਾਨੂੰ ਲੱਗਦਾ ਹੈ ਸਰਕਾਰ ਕਿੱਥੇ ਇੰਪਰੂਵ ਕਰੇ। ਤਾਂ ਉਸ ਚੀਜ਼ ਨੂੰ ਆਪਾਂ ਸੈਂਪਲ ਕਹਿੰਦੇ ਆ। ਉਹ ਜਿਹੜੇ ਜਿਹੜੇ ਲੋਕ ਉਸ ਚ ਕਵਰ ਹੋਣਗੇ, ਉਸੇ ਨੂੰ ਆਪਾਂ ਡਾਟਾ ਕਹਿੰਦੇ ਆ। ਹੁਣ ਉਸ ਡਾਟਾ ਦਾ ਮੀਨ, ਮੀਡੀਅਨ, ਐਵਰੇਜ, ਜਿਹਨੂੰ ਆਪਾਂ ਕਹਿੰਦੇ ਮੀਨ ਤੇ ਐਵਰੇਜ ਸੇਮ ਗੱਲ ਹੁੰਦੀ ਆ। ਮੀਨ, ਮੀਡੀਅਨ, ਮੋਡ, ਠੀਕ ਹੈ ਜੀ, ਵੇਰੀਐਂਸ, ਤੇ ਅਗਰ ਆਪਾਂ ਗੱਲ ਕਰੀਏ ਸਟੈਂਡਰਡ ਡੇਵੀਏਸ਼ਨ ਆਪਾਂ ਕੱਢ ਸਕਦੇ ਹਾਂ। ਹੁਣ ਇਸ ਚ ਮੋਡ ਕੀ ਹੋਇਆ, ਹੁਣ ਸਪੋਜ਼ ਕਰੋ ਮੈਂ ਇੱਕ ਨਿਊਜ਼ ਰਿਪੋਰਟਰ ਆ, ਮੈਂ 10 ਬੰਦਿਆਂ ਕੋਲ ਗਿਆ, ਮੈਂ ਕਿਹਾ ਵੀਰ, ਜਾਂ ਆਪਾਂ ਗੱਲ ਕਰੀਏ ਵੀ ਤੈਨੂੰ ਕਿਹੜੀ ਪਾਰਟੀ ਪਸੰਦ ਹੈ, ਕਿਸੇ ਨੇ ਆਮ ਆਦਮੀ ਕਹਿਤੀ, ਕਿਸੇ ਨੇ ਕਾਂਗਰਸ, ਕਿਸੇ ਨੇ ਅਕਾਲੀ ਦਲ, ਜਾਂ ਕੋਈ XYZ ਪਾਰਟੀ ਕਹਿਤੀ। ਤਾਂ ਹੁਣ ਮੈਂ ਉੱਥੇ ਨੋਟ ਕਰਦਾ ਜਾਊਂਗਾ ਕਿ ਮੈਂ 100 ਵਿਅਕਤੀਆਂ ਦਾ ਸੈਂਪਲ ਚੱਕਿਆ, ਉਸ ਚੋਂ 20 ਬੰਦਿਆਂ ਨੇ, ਐਗਜ਼ਾਮਪਲ ਜਸਟ, ਮੈਂ ਕਿਸੇ ਪਾਰਟੀ ਬਾਰੇ ਗੱਲ ਨਹੀਂ ਕਰ ਰਿਹਾ, ਮੈਂ ਜਸਟ ਐਗਜ਼ਾਮਪਲ ਲੈ ਰਿਹਾ, ਕਿਸੇ ਨੇ 20 ਬੰਦਿਆਂ ਨੇ ਕੋਈ ਆਮ ਆਦਮੀ कहती, किसी 10 बंदे ने कांग्रेस कहती, किसी 20 ਤੋਂ 25 ਬੰਦੇ ਨੇ ਕਿਸੇ ਪਿੰਡ 'ਚ ਅਕਾਲੀ ਦਲ ਕਹਿਤਾ। ਮਤਲਬ ਇਸ ਤਰ੍ਹਾਂ ਹਰ ਪਿੰਡ ਦਾ ਆਪਣਾ ਆਪਣਾ ਡਾਟਾ ਹੋ ਗਿਆ। ਮਤਲਬ ਜਿਹੜੀ ਵੀ ਪਾਰਟੀ ਨੂੰ ਲੋਕ ਪਸੰਦ ਕਰਦੇ ਨੇ, ਉਹ ਮੈਂ ਇੱਕ ਸੈਂਪਲ ਸਾਈਜ਼ ਕੱਢ ਲਾਂਗਾ। ਹੁਣ ਉਸੇ ਨੂੰ ਐਜ਼ ਅ ਨਿਊਜ਼ ਏਜੰਸੀ ਜਦੋਂ VOTING ਹੋ ਜਾਂਦੀ ਹੈ, ਆਪਾਂ ਅਗਲੇ ਦਿਨ ਦੇਖਦੇ ਹਾਂ ਡਾਟਾ ਆਉਂਦਾ ਕਿ ਹਾਂਜੀ ਇੰਨੇ ਪ੍ਰਤੀਸ਼ਤ ਸਰਵੇ ਕੀਤਾ ਜੀ ਅਸੀਂ, ਅਲੱਗ-ਅਲੱਗ ਨਿਊਜ਼ ਏਜੰਸੀ ਕਲੇਮ ਕਰਦੇ ਨੇ ਕਿ ਇਸ ਵਾਰ ਇਹਦੀ ਪਾਰਟੀ ਬਣਨ ਜਾ ਰਹੀ ਹੈ, ਜਿਹਨੂੰ ਆਪਾਂ ਓਪੀਨੀਅਨ ਪੋਲ ਕਹਿੰਦੇ ਆ। ਤਾਂ ਓਪੀਨੀਅਨ ਪੋਲਿਸੀ ਨੂੰ ਇਸ ਤਰ੍ਹਾਂ ਹੀ ਬਣਦਾ ਹੈ। ਓਪੀਨੀਅਨ ਪੋਲ ਬਣਾਉਣ ਚ ਸਭ ਤੋਂ ਵੱਡਾ ਰੋਲ ਸਟੈਟ ਦਾ ਹੀ ਹੁੰਦਾ ਹੈ। ਤਾਂ ਉਹ ਸਟੈਟ ਚ ਕੀ ਚੀਜ਼ਾਂ ਮਿਲੀਆਂ ਆਪਾਂ ਨੂੰ, ਮਤਲਬ ਹੁਣ ਜਿਹੜੀ ਦੋ ਕਲਾਸਾਂ ਨੇ, ਤੁਸੀਂ ਮੇਰੀ ਅਗਰ ਦੋ ਕਲਾਸਾਂ ਪਹਿਲੇ ਵਾਚ ਕਰੋਗੇ, ਤਾਂ ਮੈਂ ਸਿਰਫ ਨੰਬਰਸ ਨਾਲ ਹੀ ਗੱਲ ਕੀਤੀ ਹੈ। ਤੇ ਤੀਜੀ ਕਲਾਸ ਆਪਾਂ ਥੋੜੀ ਥਿਓਰੇਟੀਕਲ ਸ਼ੁਰੂ ਕੀਤੀ ਹੈ। ਉਹਦਾ ਕਾਰਨ ਇੱਕ ਅੰਡਰਸਟੈਂਡਿੰਗ ਹੋਵੇ, ਕਿਉਂਕਿ ਵੇਰੀਐਂਸ ਪੜ੍ਹਾਉਣ ਤੋਂ ਪਹਿਲਾਂ, ਸਟੈਂਡਰਡ ਡਿਵੀਏਸ਼ਨ ਪੜ੍ਹਾਉਣ ਤੋਂ ਪਹਿਲਾਂ ਮੇਰੇ ਦਿਮਾਗ 'ਚ ਕਲੀਅਰ ਹੋਵੇ ਕਿ ਇਹਦਾ ਮਤਲਬ ਕੀ ਹੈ, ਕਿਉਂ ਕੱਢ ਰਹੇ ਹਾਂ ਆਪਾਂ। ਕਿਉਂਕਿ ਆਫਟਰ ਆਲ ਆਪਾਂ GS ਸੈਕਸ਼ਨ 3 ਚ ਗੱਲ ਕਰ ਰਹੇ ਹਾਂ, ਸਟੈਟਸ ਤੇ, ਤੇ ਥਿਊਰੀ ਵੀ ਲਿਖਣੀ ਆਊਗੀ। ਠੀਕ ਹੈ, ਆਈ ਸਟਰੋਂਗਲੀ ਬਿਲੀਵ ਕਿ ਕੁਐਸਚਨ ਜਿਹੜੇ ਆਣੇ ਨਿਊਮੈਰੀਕਲਸ ਤੇ ਹੀ ਆਣੇ। ਪਰ ਕਿਤੇ ਨਾ ਕਿਤੇ ਅਗਰ ਆਪਾਂ ਹਲਕਾ ਜਿਹਾ ਹਿੰਟ ਲਿਖ ਦਈਏ, ਬੀਇੰਗ ਅ ਐਸਪਾਇਰੈਂਟ, ਕਿ ਯਾਰ ਮੈਂ ਮੀਨ ਕੱਢ ਰਿਹਾ ਉਹਦਾ ਮਤਲਬ ਕੀ ਹੈ, ਜਾਂ ਮੈਂ ਵੇਰੀਐਂਸ ਕੱਢ ਰਿਹਾ ਉਹਦਾ ਮਤਲਬ ਕੀ ਹੈ, ਤਾਂ ਮੈਨੂੰ ਜ਼ਿਆਦਾ ਕਲੈਰਿਟੀ ਨਾਲ ਮੈਂ ਲਿਖ ਸਕਾਂਗਾ ਸ਼ਾਇਦ। ਦੈਟਸ ਵਾਈ ਮੈਂ ਇਹ ਟੌਪਿਕ ਤੁਹਾਡੇ ਨਾਲ ਡਿਸਕਸ਼ਨ ਸ਼ੁਰੂ ਕੀਤੀ ਹੈ। ਪਹਿਲਾਂ ਮੈਂ ਨੰਬਰਸ ਤੇ ਡਾਇਰੈਕਟ ਨਹੀਂ ਗਿਆ, ਨੰਬਰਸ ਤੇ ਵੀ ਜਾ ਰਹੇ ਹਾਂ। ਜਸਟ 2 ਮਿੰਟ ਮੈਨੂੰ ਧਿਆਨ ਨਾਲ ਸੁਣੋਗੇ ਤਾਂ ਬਹੁਤ ਅੱਛੀ ਤਰ੍ਹਾਂ ਸਮਝ ਆਊਗਾ। ਸੋ ਅਗਰ ਮੈਂ ਸਟੈਟ ਦਾ ਸਟੂਡੈਂਟ ਨਹੀਂ ਵੀ ਹਾਂ, ਕੋਈ ਐਜ਼ ਅ ਲੇਮੈਨ ਮੈਂ ਇੱਕ ਵੀਡੀਓ ਦੇਖਣੀ ਸ਼ੁਰੂ ਕੀਤੀ ਕਿ ਸਟੈਟ 'ਚ ਕੀ ਚੀਜ਼ ਆਉਂਦੀ ਹੈ, ਤਾਂ ਸਟੈਟ ਦੇ ਵਿੱਚ ਆਪਾਂ ਨੰਬਰ ਦੇ ਡਾਟਾ ਦੀ ਗੱਲ ਕਰਦੇ ਹਾਂ। ਠੀਕ ਹੈ ਜੀ, ਨੰਬਰ ਕਿਸ ਫਾਰਮ 'ਚ ਹੋ ਸਕਦਾ ਹੈ? ਨੰਬਰ ਤਿੰਨ ਤਰ੍ਹਾਂ ਹੋ ਸਕਦਾ ਹੈ। ਟੇਬਲ ਬਣਾ ਦਿਓ, ਉਹਦੀ ਫਾਰਮ 'ਚ ਨੰਬਰ ਲਿਖ ਦਿਓ। ਇੱਕ ਆਪਾਂ ਗ੍ਰਾਫ ਬਣਾ ਦਈਏ, ਉਹਦੀ ਫਾਰਮ 'ਚ ਨੰਬਰ ਲਿਖ ਦਿਓ। ਕਿ ਮੈਂ ਡਾਇਰੈਕਟ ਲਿਖਣ ਜਾਵਾਂ ਮੀਨ, ਮੀਡੀਅਨ, ਮੋਡ, ਵੇਰੀਐਂਸ, ਹੁਣ ਗ੍ਰਾਫ ਤੇ ਟੇਬਲ ਤਾਂ ਹਰ ਕੋਈ ਦੇਖ ਲੂਗਾ, ਪਰ ਜਦੋਂ ਮੈਂ ਲਿਖੂੰਗਾ ਮੀਨ, ਠੀਕ ਹੈ, ਵੇਰੀਐਂਸ, ਮੋਡ, ਇਹਨਾਂ ਚੀਜ਼ਾਂ ਦਾ ਮਤਲਬ ਨਹੀਂ ਪਤਾ ਹੁੰਦਾ। ਇਹ ਤਾਂ ਹਲੇ ਫਿਰ ਬਹੁਤ ਛੋਟੇ ਨੰਬਰ ਨੇ। ਅੱਗੇ ਬਾਇਨੋਮੀਅਲ ਐਕਸਪ੍ਰੈਸ਼ਨ ਆਊਗਾ, ਕੋਰਿਲੇਸ਼ਨ ਆਊਗਾ, ਰਿਗਰੈਸ਼ਨ ਆਊਗਾ, ਰਿਗਰੈਸ਼ਨ ਕਰਵ ਆਉਣਗੀਆਂ। ਠੀਕ ਹੈ, ਉਹ ਜਦੋਂ ਆਪਾਂ ਚੱਲਾਂਗੇ ਤੇ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਆਊਗਾ, ਰੈਂਕ ਆਊਗਾ। ਤਾਂ ਉਹ ਚੀਜ਼ਾਂ ਵਾਸਤੇ ਆਪਾਂ ਪ੍ਰਿਪੇਅਰ ਹੋਈਏ ਦਿਮਾਗ 'ਚ ਕਿ ਅੱਛਾ ਸਰ ਇਸ ਤੇ ਗੱਲ ਕਰ ਰਹੇ ਨੇ, ਓਕੇ ਜੀ। ਤਾਂ ਪਹਿਲੀ ਚੀਜ਼, ਜਦੋਂ ਕੋਈ ਵੀ ਇੱਕ ਬੱਚਾ ਸਟੈਟ ਵਾਸਤੇ ਸਟਾਰਟ ਕਰਦਾ ਹੈ, ਉਹਨੂੰ ਉਹ ਪੜ੍ਹਦਾ ਸੈਂਪਲ, ਉੱਥੇ ਲਿਖਣ ਦਾ ਸੈਂਪਲ ਸਾਈਜ਼ ਕੀ ਆ, ਉਸ ਚ ਨਿਕਲਦੀ ਹੈ ਰੇਂਜ। ਮੈਂ ਦੋਨੋਂ ਗੱਲਾਂ ਸਮਝਾਉਂਦਾ, ਉਹ ਹੋਪਫੁਲੀ ਮੇਰੀ ਗੱਲ ਨੂੰ ਤੁਸੀਂ ਕਨੈਕਟ ਕਰ ਰਹੇ ਹੋਵੋਗੇ। ਤੇ ਸੈਂਪਲ ਦਾ ਮਤਲਬ ਹੁੰਦਾ ਹੈ ਇੱਕ ਬੜੇ ਡਾਟਾ ਚੋਂ ਛੋਟਾ ਡਾਟਾ ਚੱਕ ਕੇ ਉਹਦੀ ਸਟੱਡੀ ਕਰਨਾ, ਉਹਨੂੰ ਸੈਂਪਲ ਕਹਿੰਦੇ ਆ। ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ, ਇੱਕ ਪਿੰਡ ਹੈ ਜੀ, ਉੱਥੇ 1000 ਤੋਂ 1200 ਲੋਕ ਰਹਿੰਦੇ ਨੇ, ਪਰ ਮੈਨੇ ਅਗਰ ਇੱਕ ਦਿਨ ਚ 10 ਪਿੰਡ ਕਵਰ ਕਰਨੇ ਨੇ, ਤਾਂ ਇਟਸ ਨਾਟ ਪੋਸੀਬਲ ਕਿ ਮੈਂ 1000 ਤੋਂ 1200 ਲੋਕਾਂ ਨੂੰ ਉਹਨਾਂ ਦਾ ਓਪੀਨੀਅਨ ਪੁੱਛਾਂ। ਤਾਂ ਮੈਂ ਕੀ ਕਰੂੰਗਾ, ਇੱਕ ਸੈਂਪਲ ਲੈ ਲੂੰਗਾ ਵੀ 100 ਕੁ ਵਿਅਕਤੀਆਂ ਨੂੰ ਮੈਂ ਪੁੱਛ ਲਾਂਗਾ, ਕਵਰ ਕਰ ਲਾਂਗਾ 100 ਵਿਅਕਤੀ, ਤਾਂ ਕਿ ਮੇਰੇ ਇੱਕ ਦਿਨ ਦੇ 10 ਪਿੰਡ ਜਾਂ 5 ਪਿੰਡ ਕਵਰ ਹੋ ਸਕਣ। ਤਾਂ ਮੈਨੂੰ ਇੱਕ ਕੰਟਰੈਕਟ ਮਿਲਿਆ ਕਿ ਪੰਕਜ ਸਰ ਜਾਓ ਤੁਸੀਂ ਜਾ ਕੇ ਨਾ ਅੱਜ 100 ਬੰਦੇ ਤੋਂ ਪੁੱਛ ਕੇ ਆਓ ਕਿ ਕਿਹੜੀ ਪਾਰਟੀ ਪਸੰਦ ਹੈ, ਜਾਂ ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਇਹ ਸਰਕਾਰ ਦੇ ਫੇਵਰ ਚ ਨੇ ਜਾਂ ਐਂਟੀ ਇਨਕੰਬੈਂਸੀ ਹੈ ਕੁਛ ਇਹਨਾਂ ਚ। ਮੈਂ ਕਿਹਾ ਠੀਕ ਹੈ ਸਰ, ਮੈਨੂੰ ਤੁਸੀਂ ਪੇ ਕਰੋਗੇ, ਮੈਂ ਜਾਣਾ। ਮੈਨੂੰ ਪੇਮੈਂਟ ਹੋਈ, ਮੈਂ ਗਿਆ ਪਿੰਡ ਚ। ਮੈਂ ਇਕੱਲੇ ਇਕੱਲੇ ਵਿਅਕਤੀ ਨੂੰ ਪੁੱਛਣ ਦੀ ਜਗ੍ਹਾ ਇੱਕ 100 ਸੈਂਪਲ ਰੱਖ ਲਿਆ ਵੀ 100 ਲੋਕਾਂ ਨੂੰ ਪੁੱਛਾਂਗਾ, ਜਿਸ ਚ 50 ਕੁ ਫੀਮੇਲ, 50 ਕੁ ਮੇਲ। ਮੈਂ ਪੁੱਛਿਆ ਕਿ ਸਰ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ, ਜਾਂ ਜਿਹੜੀ ਸਰਕਾਰ ਚੱਲ ਰਹੀ ਹੈ ਕਿਆ ਤੁਸੀਂ ਖੁਸ਼ ਹੋ। ਮੈਂ ਐਵੇਂ 3-4 ਕਾਲਮ ਬਣਾਏ, ਉਹਨਾਂ ਦਾ ਓਪੀਨੀਅਨ ਲਿਖ ਕੇ ਲਿਆਇਆ। ਇਸ ਤਰ੍ਹਾਂ ਹੀ ਮੈਂ 10 ਪਿੰਡ ਕਵਰ ਕੀਤੇ। 10 ਪਿੰਡ ਦੀ ਪੋਪੂਲੇਸ਼ਨ ਬਣਦੀ ਹੈ ਮੰਨ ਲਓ 15,000, ਪਰ ਮੈਂ 1000 ਤੋਂ 1500 ਲੋਕਾਂ ਨੂੰ ਕਵਰ ਕੀਤਾ, ਉਹੀ ਐਵਰੇਜਲੀ 100 ਪਰਸਨ ਪਰ ਪਿੰਡ। ਤਾਂ ਮੈਂ 1500 ਲੋਕਾਂ ਦੇ ਬਿਹਾਫ ਤੇ ਜਾ ਕੇ ਜਿਸ ਵੀ ਏਜੰਸੀ ਨੇ ਮੇਰੇ ਤੋਂ ਪੁੱਛਿਆ ਹੈ, ਜਾਂ ਜੋ ਵੀ ਮੇਰੇ ਤੋਂ ਤੁਹਾਡਾ ਪੁੱਛਿਆ ਹੈ, ਮੈਂ ਉਹਨਾਂ ਨੂੰ ਕਨਵੇ ਕਰ ਦਾਂਗਾ। ਕਹਿਣਗੇ ਠੀਕ ਹੈ। ਤਾਂ ਇਹਨੂੰ ਬੋਲਦੇ ਆ ਸੈਂਪਲ। ਸੋ
आई होप सबनों सैंपल समझ आ गया क्या होंगे, सैंपल साइज समझ आ गया क्या होंगे। हाँ जी प्लीज क्लास, इस गल ਤੇ ਰਿਸਪੌਂਡ ਕਰੋ ਜਿੰਨੇ ਵੀ ਆਫਲਾਈਨ ਜਾਂ ਆਨਲਾਈਨ ਸਟੂਡੈਂਟ ਹੋ, ਕਿ ਸੈਂਪਲ ਕੀ ਚੀਜ਼ ਹੈ। ਤਾਂ ਬਹੁਤ ਬੜੇ ਡਾਟਾ ਚੋਂ ਇੱਕ ਛੋਟਾ ਡਾਟਾ ਚੱਕ ਕੇ ਉਹਦੇ ਉੱਪਰ ਵਰਕ ਕਰਨਾ, ਉਹਨੂੰ ਆਪਾਂ ਸੈਂਪਲ ਬੋਲਦੇ ਹਾਂ। ਉਹਦਾ ਸਾਈਜ਼ ਕਿਵੇਂ ਡਿਸਾਈਡ ਕਰਾਂਗੇ, ਉਹ ਜਾਂ ਤਾਂ ਕੁਐਸਚਨ ਚ ਦਿੱਤਾ ਹੋਊਗਾ, ਜਾਂ ਜਿਵੇਂ ਮੈंने ਕਿਹਾ ਕਿ ਯਾਰ ਵੀ ਮੈਨੂੰ ਇੱਕ ਸਰਵੇ ਕਰਨ ਨੂੰ ਮਿਲਿਆ ਤੇ ਉਸ ਚ ਕਿਹਾ था ਵੀ 1000 ਲੋਕਾਂ ਚੋਂ ਤੁਸੀਂ ਪੰਕਜ ਸਰ ਕੱਢ ਕੇ ਲੈ ਕੇ ਆਓ, ਠੀਕ ਹੈ ਵੈਰੀ ਗੁੱਡ ਜੀ ਗੁੱਡ। ਤਾਂ ਮੈਂ ਸੈਂਪਲ ਸਾਈਜ਼ ਸਿਲੈਕਟ ਕਰ ਲਿਆ। ਤਾਂ ਹੁਣ ਸੈਂਪਲ ਦੀ ਇੱਕ ਰੇਂਜ ਹੁੰਦੀ ਹੈ, ਰੇਂਜ ਕਿਵੇਂ ਨਿਕਲਦੀ ਹੈ, ਕਦੇ ਵੀ ਕਿਸੇ ਸੈਂਪਲ ਦੀ ਰੇਂਜ ਕੱਢਣੀ ਹੋਵੇ, ਉਹ ਰੇਂਜ ਕਿਵੇਂ ਕੱਢਦੇ ਆ। ਤਾਂ ਰੇਂਜ ਦਾ ਮਤਲਬ ਹੁੰਦਾ ਹੈ, ਇੱਕ ਮੇਰੇ को सैंपल साइज शुरू होगा सपोज 4 को लेके 40 तक, कोई डिफरेंट डिफरेंट वैल्यूज आई हैं, बड़ी डिफरेंट डिफरेंट वैल्यूज आई हैं, ठीक है जी। मैंने रेंज कर लिया डाटा दी, तो मैं हायर वैल्यू माइनस लोअर वैल्यू करता था, ये मेरे को रेंज आ गई। बस रेंज का मतलब ये होता है, कभी भी रेंज कटनी है, इतने अपने को लोएस्ट वैल्यू होती है, इतने अपने को हाईएस्ट वैल्यू होती है। पर रेंज का सिंपल जिहा फार्मूला होता है, छोटे बच्चों ਨਾਲ ਆਪਾਂ सीख सकते हैं, हायर वैल्यू माइनस लोअर वैल्यू, ये ਆਪਾਂ ਨੂੰ रेंज देगी। सो होपफुली क्लियर जी गल। इस तरह ਹੁਣ ਸੈਂਪਲ ਕੀ ਹੈ ਉਹ ਸਮਝ ਆ ਗਿਆ। ਸੈਂਪਲ ਦਾ ਮਤਲਬ ਹੈ ਇੱਕ ਲੋਟ ਚੋਂ ਡਾਟਾ ਚੱਕਿਆ। ਹੁਣ ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦੱਸੀ VOTING ਵਾਲੀ, ਤਾਂ ਮੈंने ਇੱਕ ਸੈਂਪਲ ਸਾਈਜ਼ ਤਿਆਰ ਕਰ ਲਿਆ ਵੀ ਇੰਨੇ ਪਰਸੈਂਟ ਲੋਕਾਂ ਨੇ ਵੋਟ ਪਾਈ ਅਕਾਲੀਆਂ ਨੂੰ, ਇੰਨੇ ਪਰਸੈਂਟ ਲੋਕਾਂ ਨੇ ਵੋਟ ਪਾਈ ਆਮ ਆਦਮੀ ਨੂੰ, ਤੇ ਇੰਨੇ ਪਰਸੈਂਟ ਵੋਟਾਂ ਨੇ ਵੋਟ ਲੋਕ ਪਾਈ, ਇੰਨੇ ਪਰਸੈਂਟ ਵੋਟ ਲੋਕਾਂ ਨੇ ਵੋਟ ਪਾਈ ਕਾਂਗਰਸ ਨੂੰ। ਐਂਡ ਜਿਹੜੇ ਰਹਿ ਗਏ ਉਹ ਨਿਰਦਲੀਏ ਦੇ ਪੱਖ ਚ ਨੇ, ਕੋਈ ਵੀ ਅਕਾਲੀ ਕੋਈ ਵੀ ਦਲ ਹੋ ਸਕਦਾ, ਉਹ XYZ ਆਪਾਂ ਨਾਮ ਲਿਖ ਲਿਆ ਉਹਨਾਂ ਦਾ, ਤੇ ਮੇਰਾ ਸੈਂਪਲ ਤਿਆਰ ਹੋ ਗਿਆ। ਹੁਣ ਮੈਂ ਜਦੋਂ ਇਹ ਰਿਪੋਰਟ ਰਿਪਰੈਜ਼ੈਂਟ ਕਰਨੀ ਹੈ ਆਪਣੇ ਅੱਗੇ ਅਥਾਰਟੀਜ਼ ਨੂੰ ਜਾਂ ਆਫੀਸਰਸ ਨੂੰ ਜਾਂ ਮੰਤਰੀਆਂ ਨੂੰ, ਤਾਂ ਉਹ ਕਹਿਣਗੇ ਵੀ ਮੈਨੂੰ ਇਹ ਨਾ ਦੱਸ ਕਿ ਤੇਰਾ ਸੈਂਪਲ ਸਾਈਜ਼ ਕੀ ਹੈ, ਮੈਨੂੰ ਇਹ ਦੱਸ ਵੀ ਲੋਕ ਸਾਡੇ ਪੱਖ 'ਚ ਹੈਗੇ ਆ ਤੇ ਨਹੀਂ ਹੈਗੇ ਆ, ਬਸ ਇਹ ਦੱਸ। ਜਾਂ ਲੋਕ ਕਿੱਥੇ ਜਾ ਕੇ, ਲੋਕਾਂ ਦੀ ਕਿਹੜੀ ਐਸੀ ਸ਼ਰਤ ਜਿਹੜੀ ਪੂਰੀ ਨਹੀਂ ਹੋਈ ਤੇ ਉਹ ਗੁੱਸੇ 'ਚ ਨੇ, ਜਾਂ ਲੋਕ ਕਿਸ ਚੀਜ਼ ਤੋਂ ਬਹੁਤ ਖੁਸ਼ ਨੇ। ਹੁਣ ਜਿਵੇਂ ਪੰਜਾਬ ਸਰਕਾਰ ਦੀ ਸਕੀਮ ਹੈ 300 ਯੂਨਿਟ ਮੁਫਤ ਬਿਜਲੀ ਮਾਫ ਵਾਲੀ, ਸਰਕਾਰ ਨੇ ਮੈਨੂੰ ਇਹ ਡਾਟਾ ਭੇਜਣ ਨੂੰ ਕਿਹਾ ਕਿ ਪੰਕਜ ਸਰ ਸਰਵੇ ਕਰਕੇ ਆਓ ਕਿ ਕਿਆ ਲੋਕ ਇਹਦਾ ਬੈਨੀਫਿਸ਼ੀਅਲ ਚੱਕ ਪਾ ਰਹੇ ਨੇ, ਕਿਆ ਸਕੀਮ ਤੋਂ ਖੁਸ਼ ਨਹੀਂ। ਮੈਂ ਕਿਹਾ ਸਰ ਡੈਫੀਨੇਟਲੀ ਜੀ। ਤਾਂ ਮੈਂ ਕੀ ਕਰੂੰਗਾ, ਇੱਕ सैंपल साइज बना लूंगा। मैं एक सैंपल साइज बनाया, ऐसे परिवार जिन्हों का 100 तो लेके 200 यूनिट तक कंजम्पशन होती है, फिर ऐसे परिवार जिन्हों के 200 तो लेके 300 यूनिट कंजम्पशन होती है, फिर परिवार 300 400 वाले, फिर 400 तो 500 वाले, ਤੇ ਮੈਕਸਿਮਮ मैंने ਕਿਹਾ ਸਰ 500 ਤੋਂ 600 ਵਾਲੇ। ਇਹ 2 ਮੰਥ ਦਾ ਬਣਾਇਆ ਹੈ, ਕਿਉਂਕਿ ਸਰਕਾਰ ਨੇ ਮੰਥਲੀ 300 ਯੂਨਿਟ ਫ੍ਰੀ ਕੀਤੇ ਨੇ ਤੇ 2 ਮੰਥ ਦੇ 600 ਯੂਨਿਟ ਫ੍ਰੀ ਨੇ। ਤਾਂ ਮੈਂ ਇੱਥੇ ਡਾਟਾ ਬਣਾ ਲਿਆ, ਮੈਂ ਸਰਕਾਰ ਨੂੰ ਜਾ ਕੇ ਡਾਟਾ ਸ਼ੋ ਕਰਾਂਗਾ ਕਿ ਸਰ ਜਿਵੇਂ ਕਿ ਸਰਕਾਰ ਦਾ ਐਗਜ਼ਾਮਪਲ ਜਸਟ, ਕਿ ਸਰ 35% ਐਸੇ ਲੋਕ ਨੇ ਜਿਨ੍ਹਾਂ ਦਾ ਬਿੱਲ ਬਿਲਕੁਲ ਜ਼ੀਰੋ ਆ ਰਿਹਾ, 600 ਯੂਨਿਟ ਦੇ ਵਿੱਚ ਆ ਰਿਹਾ, ठीक है जी। 500 तो 600 वाले इसमें 35% बिल तो सब माफ है जो स्कीम के अकॉर्डिंग गल है। ਇੱਥੇ 10% ਲੋਕ ਫਾਇਦਾ ਚੱਕ ਰਹੇ ਨੇ, ਇੱਥੇ 15-20% ਚੱਕ ਰਹੇ ਨੇ, ਇੱਥੇ 8% ਨੇ, ਇੱਥੇ 12% ਨੇ, ਜਿਹੜੇ ਰਹਿ ਗਏ ਸਰ ਉਹਨਾਂ ਦੀ ਯੂਨਿਟ ਕੰਜ਼ੰਪਸ਼ਨ 600 ਪਲੱਸ ਹੈ। ਤਾਂ ਸਰਕਾਰ ਨੂੰ ਮੈਂ ਡਾਟਾ ਦਿਖਾਇਆ, ਸਰਕਾਰ ਨੇ ਕਿਹਾ ਓਕੇ ਵੈਰੀ ਗੁੱਡ। ਹੁਣ ਸੀਐਮ ਸਾਹਿਬ ਨੇ ਆਪਣੀ ਰੈਲੀ 'ਚ ਬੋਲਣਾ ਜਾਂ ਕਿਸੇ ਨੇ ਬੋਲਣਾ, ਕਹਿਣਗੇ ਨੂੰ ਪਲੱਸ ਕਰ ਲੈਣਗੇ, ਸਿੰਪਲ ਪਲੱਸ 35 ਚ अगर आप गल करिए 35 55, ठीक है जी 75 85 85 सम निकल के आया। ਤਾਂ ਲੋਕ ਉਹ ਕਹਿ ਦੇਣਗੇ ਕਿ ਭਾਈ ਪੰਜਾਬ ਦੇ ਵਿੱਚ 85% ਐਸੇ ਪਰਿਵਾਰ ਨੇ ਜਿਨ੍ਹਾਂ ਦਾ ਬਿੱਲ ਜ਼ੀਰੋ ਆਉਂਦਾ ਹੈ। ਸੋ ਇਹ ਇੱਕ ਸੈਂਪਲ ਦੇ ਉੱਪਰ ਗੱਲ ਹੋਈ। ਤਾਂ ਮੇਰਾ ਜਿਹੜਾ ਸਰਵੇ ਥਾ ਜੋ ਸਰਕਾਰ ਨੇ ਮੇਰੇ ਤੋਂ ਮੰਗਿਆ, ਮੈਂ ਉਸੇ ਹਿਸਾਬ ਨਾਲ ਸਰਵੇ ਕੀਤਾ। ਉਹਨਾਂ ਨੇ ਦੱਸਿਆ ਕਿ ਇੰਨੇ ਇੰਨੇ ਯੂਨਿਟ ਕੰਜ਼ੰਪਸ਼ਨਾਂ ਹੋ ਰਹੀਆਂ ਨੇ ਜੀ, ਇੰਨੇ ਇੰਨੇ ਪਰਿਵਾਰ ਜਾਂ ਇੰਨੇ ਇੰਨੇ ਲੋਕ ਉਹਦਾ ਫਾਇਦਾ ਚੱਕ ਰਹੇ ਨੇ। ਵੀ ਕਈ ਐਸੇ ਘਰ ਨੇ ਜਿਨ੍ਹਾਂ ਦੀ ਕੰਜ਼ੰਪਸ਼ਨ ਹੁੰਦੀ ਹੀ 100 ਤੋਂ ਲੈ ਕੇ 200 ਤੱਕ, ਸਰ ਐਸੇ 200% 10% ਲੋਕ ਨੇ, 20% ਲੋਕ। ਇਹ ਮੇਰਾ ਹੋ ਗਿਆ ਇੱਕ ਸੈਂਪਲ, ओके ये मेरा हो गया सैंपल। और ये मेरी रेंज होगी 10 को लेके 35 तक, या मिनिमम वैल्यू 8 को लेके, सॉरी 10 नहीं 8 ठीक है, 8 को लेके 35 मैं रेंज कर सकता माइनस कर सिंपली। सो ये मेरी रेंज आ जाएगी। सो कहने का मीनिंग क्या होया, दो गल्लां मेरी क्लियर हो गई इस डिस्कशन तो बाद। सैंपल की हुंदा है, रेंज की हुंदा है,
ਸੈਂਪਲ ਸਾਈਜ਼ ਕੀ ਹੁੰਦਾ ਹੈ। ਠੀਕ ਹੈ, ਅਗਲੀ ਗੱਲ ਕਰਦੇ ਹਾਂ। ਹੋਪਫੁਲੀ ਸਭ ਨੂੰ ਕਲੀਅਰ ਹੋਇਆ ਜੀ ਗੱਲ ਤੱਕ ਦੀ। ਠੀਕ ਹੈ ਜੀ। ਸੋ ਸੈਂਪਲ, ਸੈਂਪਲ ਸਾਈਜ਼ ਔਰ ਰੇਂਜ ਕੀ ਹੈ, ਲੱਗ ਗਿਆ ਬੇਟਾ ਆਪਾਂ ਨੂੰ। ਠੀਕ ਹੈ ਸਰ। ਦੈਨ ਉਸ ਤੋਂ ਬਾਅਦ ਇਸ ਤੋਂ ਬਾਅਦ ਮੇਰੀ ਗੱਲ ਅੱਗੇ ਵਧਦੀ ਹੈ। ਮੈਂ ਸਟੈਟਸ ਦੇ ਵਿੱਚ ਕੁਝ ਫੈਕਟਸ ਸ਼ੁਰੂ ਕੀਤੇ ਹੋਏ ਨੇ। ਸਟੈਟਸ ਦੇ ਵਿੱਚ ਮੈਂ ਕੁਝ ਮੈਜਰ ਲੈ ਕੇ ਆਇਆ। ਓਕੇ, ਉਸ ਸਭ ਤੋਂ ਪਹਿਲਾ ਹੁੰਦਾ ਹੈ ਮੀਨ ਜਾਂ ਐਵਰੇਜ। ਉਹ ਆਪਾਂ ਸਿੰਪਲ ਕਰਦੇ ਮੀਨ ਜਾਂ ਐਵਰੇਜ। ਫਿਰ ਆਪਾਂ ਕਹਿੰਦੇ ਹਾਂ ਮੀਡੀਅਨ। ਮੀਡੀਅਨ। ਫਿਰ ਆਪਾਂ ਪੜਿਆ ਮੋਡ। ਤੁਸੀਂ ਪਹਿਲੇ ਦੋ ਡੇ 1 ਡੇ 2 ਦੀ ਵੀਡੀਓ ਲਾਂਚ ਪੈਡ ਆਈ ਐਜ਼ YouTube ਚੈਨਲ ਤੇ ਆ ਕੇ ਜਦੋਂ ਦੇਖੋਗੇ, ਤੁਹਾਨੂੰ ਇਹਨਾਂ ਦੇ ਬਾਰੇ ਬਹੁਤ ਡਿਟੇਲ ਚ ਕੁਐਸਚਨ ਪ੍ਰੈਕਟਿਸ ਔਰ ਡਾਟਾ ਮਿਲ ਜੂਗਾ, ਉੱਥੋਂ ਤੁਹਾਨੂੰ ਕਲੀਅਰ ਹੋ ਜੂਗਾ। ਦੈਨ ਤੀਜੀ ਚੀਜ਼ ਆਪਾਂ ਪੜ੍ਹੀ, ਅੱਜ ਆਪਾਂ ਪੜ੍ਹਨ ਜਾਵਾਂਗੇ ਮੋਡ। ਚੌਥੀ ਚੀਜ਼ ਆਪਾਂ ਪੜ੍ਹਦੇ ਹੁੰਦੇ ਆਪਾਂ ਵੇਰੀਐਂਸ। ਵੇਰੀਐਂਸ ਐਂਡ ਪੰਜਵੀਂ ਆਪਾਂ ਪੜ੍ਹਾਂਗੇ ਸਟੈਂਡਰਡਾਈਜੇਸ਼ਨ। ਡੇ 3 ਦੇ ਐਂਡ ਤੇ ਤੁਹਾਨੂੰ ਇਹ ਪੰਜੋ ਚੀਜ਼ਾਂ ਆਉਂਦੀਆਂ ਹੋਣਗੀਆਂ, ਐਨੀ ਗਾਰੰਟੀ ਹੈ ਵੀਡੀਓਜ਼ ਦੀ। ਠੀਕ ਹੈ ਜੀ। ਪਰ ਪਹਿਲਾਂ ਗੱਲ ਆਉਂਦੀ ਹੈ ਥੋੜਾ ਟੈਕਨੀਕਲ, ਤਾਂ ਤੁਹਾਨੂੰ ਸਮਝ ਆ ਗਿਆ, ਪਤਾ ਵੀ ਹੋਵੇ ਵੀ ਹੁੰਦਾ ਕੀ ਹੈ। ਸੋ ਮੀਨ ਕੀ ਹੈ? ਇੱਕ ਡਾਟਾ ਦੀ ਸੈਂਟਰਲ ਵੈਲਿਊ। ਮੀਨ ਕੀ ਹੈ ਪੁੱਛੋਗੇ, ਕਿਸੇ ਡਾਟਾ ਦੀ ਸੈਂਟਰਲ ਵੈਲਿਊ ਹੈ, ਉਹ ਮੀਨ ਹੈ। ਵੀ ਠੀਕ ਹੈ, ਆਪਾਂ ਮੀਨ ਕੱਢਣਾ। ਹੁਣ ਜਿਵੇਂ ਆਪਾਂ ਗੱਲ ਕੀਤੀ ਸੀ ਕ੍ਰਿਕਟ ਪਲੇਅਰ ਆ, ਜੇ ਕੋਈ ਕ੍ਰਿਕਟ ਪਲੇਅਰ ਆ ਉਹਦਾ ਐਵਰੇਜ ਕੀ ਹੈ, ਐਵਰੇਜ ਦੀ ਗੱਲ ਕਰਦੇ ਆ। ਤੁਸੀਂ ਮੈਚ ਦੇਖੋ ਜਦ ਵੀ, ਉੱਥੇ ਕਮੈਂਟੇਟਰ ਜਿਹੜੇ ਕਮੈਂਟਰੀ ਕਰ ਰਹੇ ਹੁੰਦੇ ਨੇ ਉਹ ਬੋਲਦੇ ਨੇ ਕਿ ਵਿਰਾਟ ਕੋਹਲੀ ਦੀ ਐਵਰੇਜ 50 ਦੀ ਹੈ ਜੀ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਹਰ ਮੈਚ 50 ਮਾਰਦਾ ਹੈ, ਵੱਧ ਵੀ ਕਰਦਾ ਹੈ, ਘੱਟ ਵੀ ਕਰਦਾ ਹੈ, ਪਰ ਹਾਂ ਐਵਰੇਜ 50 ਦੀ ਵੀ 50 ਦੇ ਲਵੇ ਸਕੋਰ ਕਰਦਾ ਹੈ ਹਰ ਮੈਚ। ਦਿਸ ਇਜ਼ ਕਾਲਡ ਸੈਂਟਰਲ ਵੈਲਿਊ। ਠੀਕ ਹੈ। ਕਿਸੇ ਨੇ ਕਿਹਾ ਸਰ, ਹੁਣ ਜਿਵੇਂ ਮੈਂ ਇੱਕ ਆਮ ਪਰਸਨ, ਮੈਂ ਕਹਾਂ ਕਿ ਮੇਰੀ ਬਾਈਕ ਦੀ ਐਵਰੇਜ ਕਿੰਨੀ ਹੈ, ਆਪਾਂ ਰੈਗੂਲਰ ਡੇ 'ਚ ਗੱਲ ਕਰਦੇ ਹਾਂ। ਹੁਣ ਕੋਈ ਬਾਈਕ ਆ ਉਹ 40 ਦੀ ਐਵਰੇਜ ਦੇ ਰਹੀ ਹੈ, ਉਹਦਾ ਮਤਲਬ ਹੈ ਵੀ 40 ਕਿਲੋਮੀਟਰ 1 ਲੀਟਰ ਪੈਟਰੋਲ 'ਚ ਜਾਊਗੀ। ਹਰ ਵਾਰ ਪੱਕਾ ਨਹੀਂ ਕਿ 40 ਜਾਊਗੀ, 38 40 36 42 44 ਐਵੇਂ ਨੰਬਰ ਵੇਰੀ ਕਰਦੇ ਨੇ, ਪਰ ਆਪਾਂ ਐਵਰੇਜ ਕੱਢਣ ਨੂੰ ਕਹਿ ਦਿੰਦੇ ਹਾਂ ਕਿ ਠੀਕ ਹੈ ਬਈ ਇੰਨੀ ਐਵਰੇਜ ਹੈ। ਸੋ ਇਹ ਹੁੰਦਾ ਮੀਨ। ਠੀਕ ਹੈ, ਮੀਨ। ਹੁਣ ਤੁਸੀਂ ਸਪੋਜ਼ ਕਈ ਆਪਣੇ ਪੰਜਾਬ 'ਚ ਸਭ ਤੋਂ ਵੱਧ ਬੁਲਟ ਲੋਕ ਚਲਾਉਂਦੇ ਨੇ, ਤਾਂ ਬੁਲਟ ਦੀ ਐਵਰੇਜ ਕਹਿੰਦਾ 40 ਤੋਂ 45 ਦੀ ਹੈ। 40 ਤੋਂ 45 ਦਾ ਮਤਲਬ ਹੈ ਕਿ ਠੀਕ ਹੈ 40 ਤੋਂ 45 ਦੇ ਵਿੱਚ ਘਾਟਾ ਆਏ। ਹੁਣ ਉਹ ਕਿੰਨਾ ਆਏਗਾ, ਉਹ ਆਪਾਂ ਨੂੰ ਵੇਰੀਐਂਸ ਦੱਸੂਗਾ। ਆਪਾਂ ਜਦੋਂ ਵੇਰੀਐਂਸ ਕੈਲਕੂਲੇਟ ਕਰਦੇ ਹਾਂ, ਵੇਰੀਐਂਸ ਕਰਦਾ ਹੈ ਸਪਰੈਡ ਡਾਟਾ ਨੂੰ, ਜਿਹੜਾ ਡਾਟਾ ਸਪਰੈਡ ਹੋਇਆ ਸ਼ੀਟ ਦੇ ਉੱਪਰ, ਸਪਰੈਡ ਡਾਟਾ ਨੂੰ ਜਾਂ ਮੀਨ ਡਾਟਾ ਦੇ ਨਾਲ ਡਿਫਰੈਂਸ ਦੇ ਕੇ ਸਕੇਅਰ ਕਰਾਂਗੇ, ਉੱਥੋਂ ਨੰਬਰ ਆਏਗਾ ਵੇਰੀਐਂਸ ਦੱਸਣਾ। ਜੇ ਤਾਂ ਵੇਰੀਐਂਸ ਬਹੁਤ ਜ਼ਿਆਦਾ ਆ ਤਾਂ ਮਤਲਬ ਮੀਨ ਵੈਲਿਊ ਤੋਂ ਲਾਰਜ ਡਿਫਰੈਂਸ ਹੈ, ਮਤਲਬ ਤੁਹਾਨੂੰ ਕੰਪਨੀ ਕਲੇਮ ਕਰਦੀ ਹੈ ਕਿ ਇਹਦੀ ਐਵਰੇਜ 40 ਦੀ ਹੈ, ਐਵਰੇਜ 20 ਦੀ ਨਾ ਰਹੀ ਹੋਵੇ, ਤੁਸੀਂ ਕਹੋਗੇ ਤਾਂ ਬਹੁਤ ਗਲਤ ਆ। ਮਤਲਬ ਬੀਇੰਗ ਅ ਪਰਸਨ ਆਪਾਂ ਇੱਕ ਪ੍ਰੋਡਕਟ ਖਰੀਦਿਆ, ਕੋਈ ਵੀ ਵਹੀਕਲ, ਕਾਰ, ਸਪੋਰਟਸ ਕਾਰ, ਬਾਈਕ, ਸਪੋਰਟਸ ਬਾਈਕ, ਕੁਝ ਵੀ, ਆਪਾਂ ਕੰਪਨੀ ਜਾ ਕੇ ਪੁੱਛਿਆ ਇਹਦਾ ਕਿੰਨਾ ਕੁ ਐਵਰੇਜ ਹੈ, ਅਗਲਾ ਕਹੂਗਾ ਸਰ 40 45 ਦੀ ਐਵਰੇਜ ਹੈ, ਤੁਸੀਂ ਕਿਹਾ ਓਕੇ। ਹੁਣ ਅਗਰ ਐਵਰੇਜ ਤੁਸੀਂ ਵੇਰੀਅੰਸ ਕੱਢਿਆ ਉਹਦਾ, ਉਹ ਆਇਆ 38, ਉਹਨਾਂ ਨੇ ਕਲੇਮ ਕੀਤਾ 40 ਤੋਂ 45, ਐਵਰੇਜ ਹੈ 38.5, 37.5, ਕਲੋਜ਼ ਹੀ ਹੈ। ਤੁਸੀਂ ਕਹੋਗੇ ਠੀਕ ਹੈ, ਜੋ ਡਾਟਾ ਕਿਹਾ था ਸੈੱਟ ਹੈ, ਓਕੇ। ਪਰ ਐਵਰੇਜ ਹੈ 20 ਦੀ, 22, मतलब ਜਦੋਂ ਮੈਂ ਵੇਰੀਅੰਸ ਕੱਢਾ ਤਾਂ ਮੇਰੇ ਕੋਲ 20 ਬਾਈ ਆਇਆ। ਐਕਸਪੈਕਟ ਕਿਆ था ਮੇਰਾ ਵੀ ਇਹ 40 45 ਕਿਹਾ ਹੈ, ਚਲੋ 35 ਤੱਕ ਬੰਦਾ ਕਹਿੰਦਾ ਨਹੀਂ, ਮੈਂ ਕਹਿੰਦਾ ਠੀਕ ਹੈ 40 45 ਕਿਹਾ 35 ਤੱਕ ਓਕੇ, ਘੱਟ ਡਿਫਰੈਂਸ ਹੈ, ਵੇਰੀ ਘੱਟ ਕਰ ਰਹੇ ਆ, ਓਕੇ ਵੇਰੀਅੰਸ। ਪਰ ਜੇ ਬਹੁਤ ਜ਼ਿਆਦਾ ਘੱਟ ਹੈ, मतलब ਮੀਨ ਕਿਹਾ ਅਗਲੇ ਨੇ 40 ਤੋਂ 45 ਜਾਂ 50, ਪਰ ਆਪਣੇ ਕੋਲ ਆਇਆ ਵੇਰੀਅੰਸ
20 ਤੋਂ 22 ਤਾਂ ਮਤਲਬ ਲਾਰਜ ਵੇਰੀ ਕਰ ਰਿਹਾ ਹੈ। ਮਤਲਬ ਇਸ ਜਗ੍ਹਾ ਤੇ ਆਪਾਂ ਨੂੰ ਪਤਾ ਚੱਲੂਗਾ ਕਿ ਜਿਹੜਾ ਸੈਂਪਲ ਸਾਈਜ਼ ਆਪਾਂ ਕੱਢ ਰਹੇ ਹਾਂ ਉਹ ਚ ਕੁਛ ਨਾ ਕੁਛ ਡਿਫਰੈਂਸ ਜ਼ਿਆਦਾ ਆ, ਮਤਲਬ ਵੇਰੀਏਸ਼ਨ ਜ਼ਿਆਦਾ ਹੈ। ਵੇਰੀਐਂਸ, ਵੇਰੀਐਂਸ ਦਾ ਮਤਲਬ ਹੈ ਵੇਰੀ ਕਰਨਾ। ਉਹ ਡਾਟਾ ਕਿੰਨਾ ਵੇਰੀ ਕਰ ਰਿਹਾ, ਕਿਸ ਤੋਂ ਵੇਰੀ ਕਰ ਰਿਹਾ, ਮੀਨ ਤੋਂ ਵੇਰੀ ਕਰ ਰਿਹਾ ਹੈ। ਮਤਲਬ ਓਪੀਨੀਅਨ ਪੋਲ ਕਹਿ ਰਿਹਾ ਵੀ ਐਕਸ ਪਾਰਟੀ ਜਿੱਤ ਰਹੀ ਹੈ ਵੀ ਉਹਨਾਂ ਨੇ ਸੈਂਪਲ ਲਿਆ 100% ਦਾ ਆਊਟ ਆਫ 1000, ਉਹਨੂੰ 900 ਬੰਦੇ ਜਿਹੜੇ ਪਿੱਛੇ ਰਹਿ ਗਏ ਥੇ, ਉਹ ਕਿਆ ਪਤਾ ਉਸੀ ਪਾਰਟੀ ਦੇ ਤੁਸੀਂ ਕਵਰ ਕਰ ਲਿਆਏ। ਜਿਹਨੇ 100 ਤੇ ਤੁਸੀਂ ਸਰਵੇ ਕੀਤਾ, ਉਹ ਕਿਆ ਪਤਾ ਇੱਕ ਪਾਰਟਿਕੂਲਰ ਪਾਰਟੀ ਦੇ ਸਮਰਥਕ ਹੋਣ, ਆਪਾਂ ਨੂੰ ਨਹੀਂ ਨਾ ਪਤਾ। ਕਈ ਵਾਰ ਓਪੀਨੀਅਨ ਪੋਲ ਉਲਟ ਵੀ ਹੁੰਦੇ ਆ। ਹੁਣ ਆਪਾਂ ਅਗਰ ਪੀਸੀਐਸ ਆਈਏਐਸ ਦੇ ਲੈਵਲ ਤੇ ਐਗਜ਼ਾਮ ਦੇ ਰਹੇ ਹਾਂ, ਤਾਂ ਮੈਨੂੰ ਲੱਗਦਾ ਤੁਸੀਂ ਚੰਗੀ ਤਰ੍ਹਾਂ ਇਸ ਗੱਲ ਨੂੰ ਆਬਜ਼ਰਵ ਕੀਤਾ ਹੋਣਾ ਪਿਛਲੇ 2-3 ਇਲੈਕਸ਼ਨਾਂ 'ਚ। ਓਪੀਨੀਅਨ ਪੋਲ ਕਈ ਵਾਰ ਬਿਲਕੁਲ ਪਲਟਦੇ ਨੇ, ਕਈ ਵਾਰ ਨਹੀਂ ਵੀ ਪਲਟਦੇ। ਹੁਣ ਰੀਸੈਂਟਲੀ ਬਿਹਾਰ ਇਲੈਕਸ਼ਨ ਹੋਏ, ਓਪੀਨੀਅਨ ਪੋਲ ਦੇ ਵਿੱਚ ਸਾਫ਼ ਕਿਹਾ था ਕਿ ਜਿਹੜੀ ਪਾਰਟੀ ਹੈ ਉਹ ਬੀਜੇਪੀ ਆਊਗੀ, ਠੀਕ ਹੈ। ਔਰ ਓਪੀਨੀਅਨ ਪੋਲ ਮੋਸਟਲੀ ਸਹੀ ਵੀ ਹੋਏ। ਇਹਦਾ ਮਤਲਬ ਜਿਹੜਾ ਸੈਂਪਲ ਸਾਈਜ਼ ਲਿਆ ਉਹਨਾਂ ਨੇ, ਠੀਕ ਹੈ, ਉਹ ਵੇਰੀ ਨਹੀਂ ਕੀਤਾ। ਹੁਣ ਜਿਵੇਂ ਕਿਸੇ ਪਾਰਟੀ ਦੀ ਸੀਟਾਂ ਕਹੀਆਂ 140 ਐਗਜ਼ਾਮਪਲ, ਉੱਥੇ ਆ ਗਈ 130 135, ਤਾਂ ਮਤਲਬ ਬਹੁਤ ਘੱਟ ਵੇਰੀਏਸ਼ਨ ਹੋਈ, ਮਤਲਬ ਡਾਟਾ ਸਹੀ था। ਹੁਣ ਸੀਟਾਂ ਕਹੀਆਂ ਹੁਣ ਕਿਸੇ 40 140 ਆ ਰਹੀਆਂ, ਹੁਣ 40 ਜਾਂ 10, ਤਾਂ ਮਤਲਬ ਬਹੁਤ ਜ਼ਿਆਦਾ ਡਾਟਾ ਵੇਰੀ ਕਰ ਰਿਹਾ। ਦਿਸ ਰਿਪਰੈਜ਼ੈਂਟ ਵੇਰੀਐਂਸ ਕਿ ਆਪਾਂ ਮੀਨ ਵੈਲਿਊ ਤੋਂ ਜਾਂ ਸੈਂਟਰਲ ਵੈਲਿਊ ਤੋਂ ਕਿੰਨਾ ਵੇਰੀ ਕਰਦੇ ਆ। ਸੋ ਹੋਪਫੁਲੀ ਕਨਸੈਪਟ ਕਲੀਅਰ ਹੋਇਆ ਜਿੰਨਾ ਮੈਂ ਪੜਾਇਆ ਹੁਣ ਤੱਕ ਦਾ। ਸੋ ਇਹ ਚੀਜ਼ ਸੀ ਕਿ ਆਪਾਂ ਵੇਰੀਐਂਸ ਦੇ ਉੱਪਰ ਚੱਲਦੇ ਹਾਂ, ਠੀਕ ਹੈ। ਵੇਰੀਐਂਸ ਦੇ ਵਿੱਚ ਆਪਾਂ ਕਰਦੇ ਕੀ ਆ, ਆਪਾਂ ਵੈਲਿਊ ਦਾ ਡਿਫਰੈਂਸ ਲੈਂਦੇ ਆ, ਠੀਕ ਹੈ, ਉਹਦੇ ਮੀਨ ਦੇ ਨਾਲ, ਫਿਰ ਉਹਦਾ ਸਕੇਅਰ ਕਰਦੇ ਆ, ਦੈਨ ਵੇਰੀਐਂਸ ਕੈਲਕੂਲੇਟ ਹੁੰਦਾ ਹੈ। ਓਕੇ ਡਨ। ਉਸ ਵੇਰੀਐਂਸ ਦਾ ਦੁਬਾਰਾ ਸਕੇਅਰ ਰੂਟ ਲੈ ਲਈਏ, ਉਸੇ ਨੂੰ ਆਪਾਂ ਬੋਲਦੇ ਆ ਸਟੈਂਡਰਡ ਡੈਵੀਏਸ਼ਨ। ਡੈਵੀਏਸ਼ਨ ਹੁੰਦਾ ਹੈ ਆਪਣੇ ਪਾਥ ਤੋਂ, ਜਾਂ ਆਪਣੇ ਆਪਾਂ ਗੱਲ ਕਰੀਏ ਜਿਹੜਾ ਆਪਾਂ ਡਾਟਾ ਲੈ ਰਹੇ ਆ ਉਸ ਡਾਟਾ ਤੋਂ ਕਿੰਨਾ ਡੈਵੀਏਟ ਹੋਏ ਆਪਾਂ, ਠੀਕ ਹੈ ਜੀ। ਸੋ ਇੱਥੇ ਤੱਕ ਪਲੀਜ਼ ਦੱਸੋ ਤੁਹਾਨੂੰ ਆਈਡੀਆ ਹੋਇਆ ਥਿਊਰੀ ਪਾਰਟ ਦਾ ਵੀ ਕੀ ਚੱਲ ਰਿਹਾ ਇਸ 'ਚ। ਆਪਾਂ ਅੱਗੇ ਵਧੀਏ ਪਲੀਜ਼ ਚੈੱਕ ਕਰਨਾ। ਹਾਂਜੀ ਕਲੀਅਰ ਸਾਰਿਆਂ ਨੂੰ। ਓਕੇ ਜੀ, ਠੀਕ ਹੈ ਜੀ। नेक्स्ट। नाउ मीन, मीडियन, मोड, तो बाद अगली टर्म है वेरिएंस। वेरिएंस ठीक है जी। तो वेरिएंस निकलता कि मैं आपको चेक करा। सब तो पहला आप निकलूंगा एक्स आई। ओके, आप समेशन ऑफ एक्स आई करके आप मीन कट लांगे। मीन का फॉर्मूला आपको पता है, मीन का फॉर्मूला होता है समेशन एक्स आई बाय एन, ये मीन होता है। जो आप एक्स बार ना लिखते हैं या म्यू ना लिखते हैं, कल भी इसमें आया था कि चाहे तुम एक्स बार ना लिखो या म्यू ना लिखो, तो मीन आ जाएगा। ओके जी, मीन आ गया। देन तुम टेबल प्रिपेयर करोगे एक्स आई माइनस मीन का। ओके, देन एक्स आई माइनस मीन का करोगे स्केयर। पहले टेबल नोट कर लो, फिर आप वैल्यूज पाओगे टेबल में। सब तो पहले आपने तो क्या होगा, कोई सैंपल साइज। ओके एक्स, फिर आप मीन कट लेंगे। ओके कट लिया मीन। मीन कट के अपन एक्सरसाइज तो माइनस करेंगे, नहीं करेंगे जिवें कल आप एज्यूम मीन माइनस कर रहे हैं ना, उसी तरह हम अपन माइनस करेंगे। सो सब तो पहला एक्सरसाइज, फिर एक्सआई माइनस मीन, फिर एक्सआई माइनस मीन का स्क्वायर करेंगे, फिर इतने समेशन करेंगे एक्सआई माइनस मीन दी वैल्यू का स्क्वायर का समेशन। समेशन के अंदर से सम करना। ओके जी, इस चीज का सम करेंगे। एक्सआई यानी सैंपल साइज जो मैं फ्रीक्वेंसी डाटा इकट्ठा किया होगा, फिर डिफरेंस लाएंगे मीन दे नाल, उस डिफरेंस वैल्यू का स्क्वायर करांगे। जो डिफरेंस वैल्यू का स्क्वायर कर लांगे, अपने को इत्थों सम आया है, इत्थों मीन कर लांगे, इत्थों सम आएगा आप कर लांगे। देन वेरिएंस का फार्मूला होता है कि डाटा कितना वेरी कर रहा है मीन तो
ਉਹਦਾ ਫਾਰਮੂਲਾ ਹੁੰਦਾ ਹੈ ਸਮੇਸ਼ਨ xi ਮਾਈਨਸ summation xi minus x bar square divided by n. So this is variance. Please check करना फिर आउट है इसके एच तक प्लीज करना बोर्ड देखो नंबर्स पावांगे ये सब कुछ करांगे एच तक प्लीज रिस्पॉन्ड कर दो फिर मैं आगे बता किस हाँ जी क्लास जेडे बैठे ऑफलाइन ऑनलाइन सबनों क्लियर कोई डाउट नहीं है क्लास इधर भी ओके गुड क्लियर ठीक है जी ओके प्लीज एक जस्ट अपनी कॉपी पे टेबल बना लो फिर आप आगे ओके जी प्लीज ये बना लो ये जरूरी है टेबल बनाना ठीक है जी ਸੋ ਕਹਿਣ ਦਾ ਭਾਵ ਕਿ ਵੇਰੀਅੰਸ ਕੱਢਣਾ ਹੈ ਆਪਾਂ ਨੇ ਮੀਨ ਆਪਾਂ ਨੂੰ ਆਉਂਦਾ ਹੈ ਹੁਣ ਜੇ ਕਿਸੇ ਦੀ ਮੀਨ ਦੀ ਕਲਾਸ ਮਿਸਿੰਗ ਹੈ ਉਹ ਡੇ 1 ਜਾ ਕੇ ਦੇਖੇਗਾ ठीक है जी ਉੱਥੇ ਮੀਨ ਆ ਜਾਊਗਾ ਵੈਸੇ ਮੈਂ ਇੱਕ ਦੱਸੂਗਾ ਇੱਥੇ ਕੋਈ ਐਸੀ ਗੱਲ ਨਹੀਂ ਹੈ ओके सो xi अपने को गिवन होगा ठीक है अगेन मेरी जिन्नियां भी क्लासेस चलेंगियां मैं हर चीज ਤੁਹਾਨੂੰ ਬਾਰ-ਬਾਰ ਰਿਪੀਟ ਕਰ ਰਿਹਾ ਦੁਬਾਰਾ ਫੇਰ ਕਿ ਮੈਂ ਪਹਿਲਾਂ x ਤੋਂ ਸ਼ੁਰੂ ਕਰਾਂਗਾ ਫਿਰ xi fi ਵਾਲਾ ਕੇਸ ਫਿਰ ਇੰਟਰਵਲ ਦਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਐਗਜ਼ਾमिनर ਉੱਤੇ ਕਿਹੜਾ ਕੇਸ ਪਾ ਦਿੰਦਾ ਹੈ क्या पता कल xi दे दे क्या पता xi fi दे दे या क्या पता इंटरवल दे दें तो मैं हर मैथड दे मतलब चाहे वो मीन आ मीडियन है वेरिएंस है ਤੁਹਾਨੂੰ ਤਿੰਨੋਂ ਚੀਜ਼ਾਂ ਕਰਾ ਰਹੇ ਹਾਂ ਅਗਰ ਤੁਸੀਂ ਚੰਗੀ ਤਰ੍ਹਾਂ ਵੀਡੀਓਜ਼ ਦੇਖੋ ਤਾਂ ਹੀ ਥੋੜੀ ਪੇਸ ਘੱਟ ਰੱਖੀ ਹੈ ਸਿਲੇਬਸ ਦੀ ਪੇਸ ਘੱਟ ਰੱਖਣ ਦਾ ਕਾਰਨ ਹੀ ਇਹ ਹੈ ਤਾਂ ਕਿ ਤੁਹਾਨੂੰ ਅੱਛੀ ਤਰ੍ਹਾਂ ਅੰਡਰਸਟੈਂਡਿੰਗ ਹੋ ਸਕੇ ਓਕੇ ਜੀ ਸੋ ਮੈਥ ਆਪਾਂ ਭੱਜ ਨਹੀਂ ਸਕਦੇ ਭੱਜਾਂਗੇ ਤੇਜ਼ ਤਾਂ ਨੁਕਸਾਨ ਤੁਹਾਡਾ ਜ਼ਿਆਦਾ ਹੋਊਗਾ ਕਿਉਂਕਿ ਅਸਾਂ ਖਿੱਚਦਾ ਨਹੀਂ ਸਿਲੇਬਸ ओके सो होपफुली एक ही समझ क्लियर होगी एक बार वेरिएंस समझ आ गया की करना होता वेरिएंस च xi गिवन होगा ਉਹਦਾ ਡਿਫਰੈਂਸ ਲਾਂਗੇ ਠੀਕ ਹੈ ਜੀ x ਮੀਨ ਦੇ ਨਾਲ ਫਿਰ ਉਹਦਾ ਡਿਫਰੈਂਸ ਦਾ ਸਕੁਅਰ ਕਰਾਂਗੇ ਉਹਦਾ ਸਮੇਸ਼ਨ ਕਰਕੇ n ਨਾਲ ਡਿਵਾਈਡ ਕਰਾਂਗੇ ਕੀ ਹੋ ਰਿਹਾ ਉਹਰੇ n ਹੈ ਨੰਬਰ ਆਫ ਆਬਜ਼ਰਵੇਸ਼ਨ ਜਿਹੜੇ ਬੱਚੇ ਕੱਢਾਂਗੇ ਜਿਵੇਂ 1 2 3 4 5 ਇਹਨਾਂ ਦਾ ਮੀਨ ਕੱਢ ਕੇ ਆਪਾਂ ठीक है जी डिफरेंस लैके पूरे पुट कर देंगे इथों वेरिएशन आ जाएगी हुन या तो वेरिएंस लार्ज होगा वैल्यू या स्मॉल होगी जे लार्ज होई मतलब मीन तो बहुत ज्यादा वेरी कर रहे हैं वेरिएशन ज्यादा है जे नियर अबाउट है वेरिएशन घट है मतलब वही ओपिनियन पहुंच चुके हाँ 150 से टान गया 140 आ गई ओके है सही ओपिनियन था मतलब सही आप सर्वे किया जे वध घट हुई ज्यादा डिफरेंस नाल मतलब अपना सैंपल साइज गलत इस सो आओ पहला क्वेश्चन करते हैं इससे ताकि ਤੁਹਾਨੂੰ ਵੇਰੀਐਂਸ ਪਤਾ ਕਰ ਸਕੇ ਔਰ ਡੇ 3 ਦੀ ਕਲਾਸ ਤੱਕ ਤੁਸੀਂ ਪੰਜ ਚੀਜ਼ਾਂ ਪੱਕੀਆਂ ਕਰ ਚੁੱਕੇ ਹੋਵੋਗੇ ਮੇਰੇ ਅਕੋਰਡਿੰਗਲੀ ਮੀਨ ਮੀਡੀਅਨ ਮੋਡ ਵੇਰੀਐਂਸ ਔਰ ਤੁਹਾਨੂੰ ਬੀਇੰਗ ਅ ਸਟੂਡੈਂਟ ਹੁਣ ਪਤਾ ਵੀ ਚੱਲ ਰਿਹਾ ਕਿਆ ਹੁੰਦਾ ਮਤਲਬ ਮੀਨ ਸੈਂਟਰਲ ਵੈਲਿਊ ਡਾਟਾ ਦਾ ਚੱਕਿਆ ਐਡ ਕੀਤਾ ਸੈਂਟਰਲ ਵੈਲਿਊ ਆ ਗਈ ਮੀਡੀਅਨ ਮੱਧ ਵੈਲਿਊ ਕਿ ਮਿਡ ਚ ਕੀ ਆਂਦਾ ਹੈ ਕੋਈ ਵੈਲਿਊ ਦਾ ਮੋਡ ਕਿੰਨੀ ਵਾਰ ਰਿਪੀਟ ਹੋ ਰਹੀ ਹੈ ਕੋਈ ਚੀਜ਼ ਜਿਵੇਂ ਕਿ ਤੁਸੀਂ 10 ਬੰਦੇ ਨੂੰ ਪੁੱਛਿਆ ਹਾਂਜੀ ਤੁਹਾਨੂੰ ਪ੍ਰੋਡਕਟ ਇਹ ਪਸੰਦ ਹੈ 10 ਤੋਂ 6 ਨੇ ਕਹਤਾ A 4 ਨੇ ਕਹਤਾ B ਮਤਲਬ ਸਭ ਤੋਂ ਵੱਧ ਮੋਡ ਕਿਹਦਾ ਹੋਇਆ A ਦਾ ਕਿਉਂਕਿ 6 ਲੋਕਾਂ ਨੇ ਪਸੰਦ ਕੀਤਾ ਹੈ ਉਹਨੂੰ ਮੋਡ ਕਹਿੰਦੇ ਆ ਕੋਈ ਡਾਟਾ ਕੋਈ ਫ੍ਰੀਕੁਐਂਸੀ ਕੋਈ ਵੀ ਆਬਜ਼ਰਵੇਸ਼ਨ ਜਿਹੜੀ ਬਾਰ-ਬਾਰ ਰਿਪੀਟ ਕਰਦੀ ਹੈ ਉਹਨੂੰ ਮੋਡ ਕਹਿੰਦੇ ਆ ਹੁਣ ਸਪੋਜ਼ ਆਪਾਂ ਗੱਲ ਕਰੀਏ ਕਿਸੇ ਪਾਰਟੀ ਦਾ ਸਰਵੇ ਕੀਤਾ ਮੈਨੇ ਜਾਂ ਕਿਸੇ ਸਪੋਜ਼ ਪ੍ਰੋਡਕਟ ਦਾ ਕੀਤਾ ਹੁਣ ਉਹ ਪ੍ਰੋਡਕਟ ਦਾ ਲੋਕਾਂ ਨਾਮ ਲੈਣਾ ਸ਼ੁਰੂ ਕਰਤਾ ਜਿਵੇਂ ਕਿ ਮੈਂ ਇੱਕ ਦਿਨ ਜਦ ਪੁੱਛੀਆਂ ਬੱਚਿਆਂ ਨੂੰ ਅੱਜ ਕੱਲ ਜਿਹੜੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਤੇ ਜ਼ਿਆਦਾ ਬੱਚੇ ਐਕਟਿਵ ਨੇ ਇੰਸਟਾਗ੍ਰਾਮ ਸਨੈਪਚੈਟ ਫੇਸਬੁੱਕ ਚਲੋ ਤਿੰਨ ਚੀਜ਼ਾਂ ਲੈ ਲੈਂਦੇ ਆਪਾਂ ਹੁਣ ਮੈਂ ਪੁੱਛਿਆ ਬੱਚਿਆਂ ਨੂੰ ਕਾਲਜ ਗਿਆ ਵੀ ਭਾਈ ਤੁਸੀਂ ਸਭ ਤੋਂ ਜ਼ਿਆਦਾ ਕੀ ਕਰਨੇ ਹੋ ਹੁਣ 100 ਬੱਚੇ ਸੈਂਪਲ ਸਾਈਜ਼ ਚੱਕ ਲਿਆ 80 ਬੱਚਿਆਂ ਨੇ कहते इंस्टाग्राम ठीक है या 60 ਬੱਚਿਆਂ ਨੇ कहता इंस्टाग्राम ਤੇ 40 ਬੱਚਿਆਂ ਨੇ ਅੱਗੇ कहता ਬਹੁਤ ਇੰਸਟਾਗ੍ਰਾਮ ਤੇ ਫੇਸਬੁੱਕ ਜਾਂ ਸਨੈਪਚੈਟ ਤੇ 10 ਨੇ ਸਨੈਪਚੈਟ ਇਸ ਤਰ੍ਹਾਂ ਕੁਝ ਐਗਜ਼ਾਮਪਲ ਲੈ ਲਿਆ ਤਾਂ ਸਭ ਤੋਂ ਵੱਧ ਕਿੱਥੇ ਚੱਲ ਰਿਹਾ ਹੈ ਇੰਸਟਾਗ੍ਰਾਮ ਚੱਲ ਰਿਹਾ ਹੈ ਕਹਿਣ ਦਾ ਮੀਨਿੰਗ ਸਭ ਤੋਂ ਵੱਧ ਅਗਰ ਕਿਸੇ ਕੰਪਨੀ ਨੇ ਆਪਣੀ ਪ੍ਰਮੋਸ਼ਨ ਕਰਨੀ ਹੈ ਉਹ ਮੇਰੇ ਤੋਂ ਡਾਟਾ ਬਾਏ ਕਰੂਗਾ ਮੈਨੂੰ ਪੁੱਛੂਗਾ ਵੀ ਸਰ ਸਭ ਤੋਂ ਵੱਧ ਲੋਕ ਕੀ ਚਲਾ ਰਹੇ ਨੇ ਮੈਂ ਕਹਾਂ ਸਰ ਮੇਰਾ ਸਰਵੇ ਕਹਿੰਦਾ ਕਿ ਸਭ ਤੋਂ ਵੱਧ ਲੋਕ ਇੰਸਟਾਗ੍ਰਾਮ ਤੇ ਐਕਟਿਵ ਨੇ ਵੀ ਜੇ ਤੁਸੀਂ ਆਪਣੇ ਪ੍ਰੋਡਕਟ ਨੂੰ ਲਾਂਚ ਕਰਨਾ ਹੈ ਜਾਂ ਵੇਚਣਾ ਹੈ ਤਾਂ ਤੁਸੀਂ ਇੰਸਟਾਗ੍ਰਾਮ ਤੇ ਹੈਲਪ ਨਾਲ ਕਰ ਸਕਦੇ ਹੋ ਤਾਂ ਮੈंने कहा ठीक है जी
ਤੇ ਉਹਨਾਂ ਨੇ ਪੁੱਛਿਆ ਕਿ ਕਿੰਨੇ ਕਿਸ ਏਜ ਦੇ ਬੱਚੇ ਨੇ। ਤਾਂ ਮੈਂ ਕਿਹਾ ਜੀ ਜਿਹੜੇ ਬੱਚੇ ਕਾਲਜ 'ਚ ਨੇ ਉਹ ਅਪਰੋਕਸੀਮੇਟਲੀ 18 ਸਾਲ ਤੋਂ ਲੈ ਕੇ 24 ਸਾਲ ਤੱਕ ਦੇ ਬੱਚੇ ਨੇ, ਜਾਂ 16 ਸਾਲ ਤੋਂ ਲੈ ਕੇ 24 ਸਾਲ ਤੱਕ ਦੇ ਬੱਚੇ ਨੇ। ਜੇ ਇਸ ਏਜ ਗਰੁੱਪ ਦਾ ਕੋਈ ਵੀ ਪ੍ਰੋਡਕਟ ਲਾਂਚ ਕਰਨਾ ਹੈ ਤਾਂ ਤੁਸੀਂ ਇਸ ਤੇ ਕਰ ਸਕਦੇ ਹੋ। ਉਹਨੇ ਕਿਹਾ ਬਿਲਕੁਲ ਠੀਕ ਹੈ। ਤੇ ਇਹ ਚੀਜ਼ਾਂ 'ਚ ਕੰਮ ਆਉਂਦਾ ਹੈ ਆਪਣਾ ਸਟੈਟਸ। ਹੁਣ ਇਸੇ ਤਰ੍ਹਾਂ ਡਾਟਾ ਨਿਕਲਦਾ ਹੈ, ਉਹ ਡਾਟਾ ਵੇਰੀ ਕਰਦਾ ਹੈ, ਤੇ ਉਹ ਕੰਪਨੀਆਂ ਪ੍ਰਮੋਸ਼ਨ ਲੈਂਦੀਆਂ ਨੇ। ਅੱਜ ਕੱਲ ਜਿਹੜਾ ਡਾਟਾ ਸੇਲ ਹੋ ਰਿਹਾ ਹੈ, ਜਿੰਨੀਆਂ ਵੀ ਬੜੀ ਕੰਪਨੀਆਂ ਇਵੈਂਟ ਕੰਪਨੀਆਂ ਨੇ, ਉਹ ਇਸੇ ਤਰ੍ਹਾਂ ਡਾਟਾ ਸੇਲ ਕਰਦੀਆਂ ਨੇ। ਠੀਕ ਹੈ ਜੀ। ਸੋ ਇਹ ਬਿਲਕੁਲ ਬੇਸਿਕ ਚੀਜ਼ਾਂ ਨੇ ਜੋ ਆਪਾਂ ਨੂੰ ਇੱਕ ਸਟਰੋਂਗ ਨੌਲੇਜ ਬੇਸ ਫਾਊਂਡੇਸ਼ਨ ਕਰਦੀਆਂ ਨੇ ਸਟੈਟਿਸਟਿਕਸ ਦਾ। ਠੀਕ ਹੈ, ਹੋਪਫੁਲੀ ਅੱਗੇ ਚੱਲਦੇ ਹਾਂ। ਹੁਣ ਥੋੜੀ ਕੈਲਕੂਲੇਸ਼ਨ ਆ ਗਈ ਹੈ। ਜੋ ਮੇਰੀ ਦੋ ਕਲਾਸਾਂ ਪਹਿਲੀਆਂ ਨੇ ਉਹਨਾਂ ਚ ਮੈਨੂੰ ਵੀ ਪਤਾ, ਮੈਂ ਕੋਈ ਵੀ ਡਿਸਕਸ਼ਨ ਜ਼ਿਆਦਾ ਨਹੀਂ ਕੀਤੀ। ਸਿਰਫ ਆਪਾਂ ਨੰਬਰਸ ਨਾਲ ਹੀ ਖੇਡੇ ਆ ਔਰ ਨੰਬਰਸ ਨੂੰ ਹੀ ਕੈਲਕੂਲੇਟ ਕੀਤਾ ਹੈ। ਔਰ ਉਹ ਤੁਹਾਡੇ ਲਈ ਜ਼ਰੂਰੀ ਵੀ ਥਾ, ਬਿਕੋਜ਼ ਤੁਹਾਨੂੰ ਕੌਨਫੀਡੈਂਸ ਜਨਰੇਟ ਤਾਂ ਹੀ ਹੋਊਗਾ ਵੀ ਮੈਂ ਮੈਥ ਕਰ ਸਕਦਾ। ਕਿਉਂਕਿ ਕਈ ਵਾਰ ਆਪਾਂ ਬਹੁਤ ਗੈਪ ਤੋਂ ਬਾਅਦ ਮੈਥ ਚੱਕ ਰਹੇ ਹੁੰਦੇ ਆ, ਕੌਨਫੀਡੈਂਸ ਨਹੀਂ ਬਣਦਾ। ਫਿਰ ਤੁਸੀਂ ਵੀਡੀਓ ਦੋ ਆਰਾਮ ਨਾਲ ਦੇਖੋ, ਬਿਨਾਂ ਸਕਿਪ ਕਰੇ ਕੋਈ ਪਾਰਟ। ਲੱਗਣਗੇ 2 ਆਵਰਸ, ਮੈਨੂੰ ਪਤਾ ਜੋ ਟਾਈਮ ਲੱਗਿਆ ਉਹਦੇ ਵਿੱਚ। ਪਰ ਆਫਟਰ ਦੈਟ ਤੁਹਾਡੇ ਕੋਲ ਕੁਝ ਗੇਨ ਕਰਨ ਨੂੰ ਹੋਊਗਾ। ਸੇਮ ਇਸ ਵੀਡੀਓ 'ਚ ਹੈ। ਇਸ ਵੀਡੀਓ 'ਚ ਥੋੜੀ ਗੱਲ ਜ਼ਿਆਦਾ ਤਾਂ ਕਰ ਰਹੇ ਹਾਂ ਕਿਉਂਕਿ ਥੋੜਾ ਥੋੜਾ ਸਟੈਪ ਐਡਵਾਂਸ ਕਰਨਾ ਹੈ। ਮੈਂ ਵੇਰੀਅੰਸ ਆ ਕੇ ਪੜਾਉਣ ਲੱਗ ਜਾਂਦਾ, ਜਿਵੇਂ ਮੈंने ਮੀਨ ਪੜਾਤਾ, ਮੋਡ ਪੜਾਤਾ, ਉਹ ਛੋਟੇ ਕੰਸੈਪਟ ਤੇ ਤੁਸੀਂ ਈਜ਼ੀਲੀ ਸਿੱਖ ਗਏ। ਪਰ ਜੇ ਮੈਂ ਬਿਨਾਂ ਗੱਲ ਕਰੇ ਵੇਰੀਅੰਸ ਤੇ ਸ਼ੁਰੂ ਹੋ ਜਾਂਦਾ ਜਾਂ ਸਟੈਂਡ ਡੇਵੀਏਸ਼ਨ ਤੇ, ਤਾਂ ਤੁਸੀਂ ਕਨੈਕਟ ਨਹੀਂ ਕਰ ਪਾਣਾ। ਕੈਲਕੂਲੇਸ਼ਨ ਤਾਂ ਕਰ ਲੈਂਦੇ ਪਰ ਕਨੈਕਟ ਨਾ ਕਰਦੇ। ਰੇਂਜ ਕੀ ਹੈ, ਸੈਂਪਲ ਕੀ ਹੈ, ਵੇਰੀਅੰਸ ਕੀ ਚੀਜ਼ ਹੈ, ਵੇਰੀਅੰਸ ਕਿਉਂ ਕੱਢ ਰਹੇ ਹੋ। ਵੇਰੀਅੰਸ ਤਾਂ ਕੱਢ ਰਹੇ ਹਾਂ ਇਹ ਦੇਖਣ ਦੇ ਲਈ ਕਿ ਜਿਹੜੀ ਮੀਨ ਵਾਲੀ ਵੈਲਿਊ ਹੈ ਤੇ ਜਿਹੜਾ ਡਾਟਾ ਵੇਰੀ ਕਰ ਰਿਹਾ ਉਹਦੇ ਕਲੋਜ਼ ਹੈ ਜਾਂ ਨਹੀਂ ਹੈ। ਕੋਈ ਸ਼ੀਟ ਸਪਰੈਡ ਕਰਦੇ ਆ ਆਪਾਂ, ਡਾਟਾ ਸਪਰੈਡ ਕਰਦੇ ਆ, ਉਹ 'ਚ ਕਿੰਨਾ ਵੇਰੀਅੰਸ ਆ ਰਹੇ ਹੈ। ਗੱਲ ਵੀ ਆ ਗਈ। ਕੰਪਨੀ ਨੂੰ ਪੁੱਛਿਆ ਕਿੰਨੀ ਐਵਰੇਜ ਹੈ ਬਾਈਕ ਦੀ, ਉਹਨੇ ਕਹਿੰਦਾ 40, ਤੁਹਾਡੇ ਕੋਲ ਆ ਰਹੀ ਹੈ 20। ਜਾਂ ਉਹਨੇ ਕਿਹਾ 40, ਤੁਹਾਡੇ ਕੋਲ ਆ ਰਹੀ ਹੈ 35 36। ਤਾਂ ਕਿੰਨੀ ਵੇਰੀਏਸ਼ਨ ਆਈ ਕਹੀ ਹੋਈ ਗੱਲ 'ਚ, ਤੇ ਜਿਹੜੀ ਆਪਾਂ ਨੇ ਖੁਦ ਅਜਮਾ ਕੇ ਦੇਖੀ। ਹੁਣ ਆਪਾਂ ਕਿਵੇਂ ਜਮਾਵਾਂਗੇ। ਸਪੋਜ਼ ਆਪਾਂ ਇੱਕ ਨਵੀਂ ਬਾਈਕ ਲੈ ਆਉਂਦੇ ਆ, ਆਪਾਂ 10 ਦਿਨ ਉਹੀ ਬਾਈਕ ਚਲਾਈ, ਪਰ ਰੋਜ਼ 100 ਰੁਪਏ ਦਾ ਪੈਟਰੋਲ ਪਵਾ ਰਹੇ हैं। तो पेट्रोल का आप नोट कर रहे हैं कि यार मैं आज 100 रुपये पेट्रोल पाया, मैं 30 किलोमीटर गया। 100 रुपये लीटर ही आंदा मोस्टली, मैं तो एग्जाम्पल लीती है। ਤਾਂ ਤੁਸੀਂ ਇੱਕ ਦਿਨ 40 ਗਏ, ਇੱਕ ਦਿਨ 42 ਗਏ, ਹਾਈਵੇ ਹਿਸਾਬ ਨਾਲ ਤੇ ਟ੍ਰੈਫਿਕ ਹਿਸਾਬ ਨਾਲ ਤੁਸੀਂ ਉੱਪਰ ਥੱਲੇ ਕਰਕੇ ਦੇਖਿਆ। ਤਾਂ ਤੁਸੀਂ 10 ਦਿਨ ਸੈਂਪਲ ਨੋਟ ਕਰੀ ਗਏ ਸਾਈਜ਼ ਵੀ ਠੀਕ ਹੈ ਯਾਰ ਅੱਜ ਇੰਨਾ ਚੱਲਿਆ, ਅੱਜ ਇੰਨਾ। 10 ਦਿਨ ਬਾਅਦ ਜਦ ਤੁਸੀਂ ਉਹਦਾ ਮੀਨ ਕੱਢਿਆ ਤੇ ਤੁਹਾਡੇ ਕੋਲ 38 ਕਿਲੋਮੀਟਰ ਦਾ ਐਵਰੇਜ ਆ ਗਿਆ। ਤੁਸੀਂ ਕਿਹਾ ਬਿਲਕੁਲ ਠੀਕ, ਕੰਪਨੀ ਵਾਲੇ ਨੇ ਬਿਲਕੁਲ ਸਹੀ ਕਿਹਾ था ਕਿ 40 ਤੋਂ 45 ਦੀ ਐਵਰੇਜ ਹੈ, 38 39 ਆ ਹੀ ਰਹੀ ਹੈ ਮੇਰੀ। ਠੀਕ ਡਾਟਾ। ਬਟ ਜੇ ਤੁਹਾਡੀ ਆਈ ਹੀ 22 ਦੀ, 20 ਦੀ, 16 ਦੀ ਐਵਰੇਜ, ਤੇ ਤੁਸੀਂ ਕਹੋਗੇ ਤਾਂ ਬਹੁਤ ਜ਼ਿਆਦਾ ਵੇਰੀਏਸ਼ਨ ਹੈ। ਤੁਸੀਂ ਇੱਕ ਵਾਰ ਕੰਪਨੀ ਦਿਖਾਉਣ ਵੀ ਜਾਓਗੇ ਪ੍ਰੋਡਕਟ ਆਪਣਾ ਕਿ ਕਿਆ ਇਹ ਸਹੀ ਵੀ ਹੈ। ਵੀ ਤੁਸੀਂ ਕਲੇਮ ਕਰਦੇ 40 ਤੋਂ 45, ਤਾਂ 16 ਵੀ ਨੀ ਟੱਪਦੀ, ਇਹ ਤਾਂ 22 ਵੀ ਨੀ ਟੱਪਦੀ। ਦੈਨ ਦੇਰ ਇਜ਼ ਅ ਕੰਸਰਨ ਆਫ ਵਰੀ। ਪਤਾ ਕਿਵੇਂ ਚੱਲਿਆ, ਵੇਰੀਅੰਸ ਤੋਂ ਮੀਨ। ਠੀਕ ਹੈ ਜੀ, ਇਹ ਟੂਲਸ ਤੇ। ਨਾਓ ਹੁਣ ਆਪਾਂ ਸਿੱਖਦੇ ਆ ਵੇਰੀਅੰਸ ਕੈਲਕੂਲੇਟ ਕਿਵੇਂ ਕਰਨਾ। ਆ ਜਾਓ ਕਲਾਸ। ਨਾਓ ਮੇਰੇ ਕੋਲ ਪਹਿਲਾ ਕੇਸ ਹੋਈ, ਮੈਂ ਜਿਵੇਂ ਸ਼ੁਰੂਆਤ ਕਰਦਾ ਹੁੰਦਾ ਐਕਸਆਈ ਤੋਂ। ਮਤਲਬ ਪਹਿਲਾਂ ਐਕਸਆਈ ਵਾਲਾ ਕੇਸ, ਫਿਰ ਐਕਸਆਈ ਐਫਆਈ ਵਾਲਾ ਕੇਸ, ਫਿਰ ਆਪਾਂ ਕੇਸ ਕਰਾਂਗੇ ਇੰਟਰਵਲ ਵਾਲਾ। ਠੀਕ ਹੈ ਜੀ। ਸੋ ਪਹਿਲਾਂ ਐਕਸਆਈ ਤੋਂ ਸ਼ੁਰੂਆਤ ਕਰਾਂਗੇ। ਐਕਸआई मेरे को सैंपल दिता है। ਇਹ ਡਿਸਟ੍ਰੀਬਿਊਸ਼ਨ ਅਨਇਵਨ ਹੋ ਸਕਦੀ ਹੈ। ਮਤਲਬ ਇਹ ਨੈਸੈਸਰੀ ਨਹੀਂ ਹੈਗਾ ਕਿ ਡਿਸਟ੍ਰੀਬਿਊਸ਼ਨ ਜਿਹੜੀ ਹੋਏਗੀ ਉਹ ਇਵਨ ਹੋਏਗੀ ਜਾਂ ਡਾਟਾ ਫਿਕਸ ਹੋਏਗਾ 10 20 30 ਐਵੇਂ ਨਹੀਂ, ਕੁਝ ਵੀ ਹੋ ਸਕਦਾ, ਕੋਈ ਐਡੀ ਗੱਲ ਨਹੀਂ ਹੈ। और डाटा बनाई होनी है कंफ्यूजन हो गई, ये तो कुछ भी डिस्ट्रीब्यूशन हो सकती है डाटा की। ਇਹ ਡਾਟਾ ਆ ਗਿਆ ਮੈਨੂੰ, ਮੈਂ ਇਹਦਾ ਹੁਣ ਕੱਢਣਾ ਵੇਰੀਐਂਸ। ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਕੱਢਾਂਗੇ ਇਹਦਾ वेरिएंस का टेबल बना लेंगे xi माइनस मीन का टेबल बनेगा। टेबल याद आ गया, याद है, सब कुछ याद है। xi माइनस मीन की वैल्यू का स्क्वायर करांगे, फिर देखते हैं। तो सबसे पहले मीन कटनी है। तो मीन जब भी कटना है तो उसके लिए जरूरी की है सम ऑफ द xi, सम ऑफ द सैंपल, सम ऑफ द नंबर्स, सम ऑफ द ऑब्जर्वेशंस। सो प्लीज ऐड करना इसको। 20 40 50 60 70 80 90 चेक करना बस, यही बन रहे नंबर। हाँ जी, ऑफलाइन थे ऑनलाइन दोनों स्टूडेंट चेक कर सकते हैं। ठीक है जी, समझ आ गया। देखो सम सही बन रहा है। चेक कर लेनी है। 20 40 50 60 70 80 90। ठीक है जी, डन। 90 आ गया। इधर मीन क्यों निकलूंगा हम, मीन का फॉर्मूला है
ਸਮੇਸ਼ਨ xi ਬਾਈ n। n ਕੀ ਹੁੰਦਾ ਹੈ? ਸੈਂਪਲ ਸਾਈਜ਼ ਕਿੰਨਾ ਹੈ। ਹੁਣ ਸੈਂਪਲ ਸਾਈਜ਼ ਕਿੰਨਾ ਆਪਾਂ ਦੇਖ ਲੈਂਦੇ ਆ। ਤਾਂ ਉਹਦੇ ਵਿੱਚ ਆਪਣੇ ਕੋਲ ਆ ਗਿਆ ਕਿੰਨੀ ਆਬਜ਼ਰਵੇਸ਼ਨ ਹੈ? 1 2 3 4 5 6। ਠੀਕ ਹੈ ਜੀ, 6 ਆਬਜ਼ਰਵੇਸ਼ਨ ਨੇ ਤਾਂ 90 ਬਾਈ 6। ठीक है जी, 90/6 एक कटिंग करोगे 15 आ जाएगा। तो थोड़े को मीन आ गया 15 ऐसे। ठीक है जी, मीन आ गया 15। वेरी गुड, बस जिन्हें कट लिया। सिंपल की कितना, मैंने कुछ भी नहीं किया, खाली इधर मीन सिखाया था आ गया। तो ਜਿਹੜੇ फर्स्ट टाइम इस वीडियो में देख रहे होंगे या पहली बार मीन कैलकुलेट कर रहे हो तो मीन तो भी आ जाऊगा जी। कुछ नहीं करना, डाटा चेको, नंबर्स में ऐड करना। अगर एक्सरसाइज दिखता है, मैं बाकी केसेस में आऊंगा, अगर एक्सरसाइज दिखता है और जिन्होंने डे 3 चल रहे हैं उन्होंने बहुत मुझे लग रहा होगा कि मैं बिना सर्दी हेल्प तो भी मीन कट सकता हूँ। की कितना है? नंबर्स थे प्लस कितना, ओके, प्लस करके डिवाइड करना है सर। कितने डिवाइड करना है? ऑब्जर्वेशन नाल सर केड़ी है बेटा, ये कितनी दी मैंने? 1 2 3 4 5 6। ओके, डिवाइड करता, मेरे को आ गया मीन। सो मीन आ गया मेरे को 15। जो मैथ ਆਪਾਂ ਕੋਈ ਚੀਜ਼ ਆਪ ਕੱਢਦੇ ਆ ਨਾ, ਬੜੀ ਖੁਸ਼ੀ ਮਿਲਦੀ ਆ ਕਿ ਇੱਕ ਤਾਂ ਬਹੁਤ ਟਾਈਮ ਬਾਅਦ ਕੱਢ ਰਹੇ ਹੋਈਏ, ਚੱਕਿਆ ਟਾਈਮ ਬਾਅਦ ਹੁੰਦਾ ਹੈ, ਉੱਪਰੋਂ ਆਪਣੇ ਤੋਂ ਸੋਲਵ ਹੋ ਜੇ, ਤਾਂ ਉਸ ਤੋਂ ਵਧੀਆ ਰੀਸ ਕੋਈ ਨਹੀਂ ਹੈਗੀ ਮੈਥ ਦੇ ਵਿੱਚ। ਕਿਉਂਕਿ ਜਨਰਲੀ ਆਪਾਂ ਮੈਥ ਬੈਕਗ੍ਰਾਉਂਡ ਤੋਂ ਨਹੀਂ ਹੁੰਦੇ, ਪਰ ਜਦੋਂ ਇੱਕ ਵੀਡੀਓ ਜਾਂ ਇੱਕ ਟੀਚਰ ਕੋਲ ਜਾ ਕੇ ਆਪਾਂ ਸੁਣ ਕੇ ਆਪ ਕੱਢਦੇ ਆ ਤਾਂ ਇੱਕ ਫੀਲ ਜਿਹੀ ਅਲੱਗ ਹੁੰਦੀ ਹੈ। ਠੀਕ ਹੈ ਜੀ, ਮਤਲਬ ਜੀਕੇ ਆਪਾਂ ਸੁਣਦੇ ਆ, ਬਹੁਤ ਅੱਛੀ ਲੱਗਦੀ ਹੈ, ਆਪਾਂ ਨੂੰ ਨੌਲੇਜ ਮਿਲਦੀ ਹੈ। ਠੀਕ ਹੈ, ਪਰ ਮੈਥ ਨੂੰ ਥੋੜੀ ਮੈਨੂੰ ਲੱਗਦਾ ਹੈ ਮੇਰਾ ਸਬਜੈਕਟ ਹੈ, ਇਸ ਕਰਕੇ ਨਹੀਂ ਕਹਿ ਰਿਹਾ। ਵੈਸੇ ਕਹਿ ਰਹੇ ਕਿ ਖੁਸ਼ੀ ਜੀ ਹੁੰਦੀ ਹੈ ਕਿ ਹਾਂ ਮੈਨੂੰ ਕੈਲਕੂਲੇਸ਼ਨ ਆ ਗਈਆਂ। ਕਿਉਂਕਿ ਨਾ ਸਕੂਲ ਟਾਈਮ ਤੇ ਮੋਸਟਲੀ ਟੀਚਰ ਆਪਾਂ ਨੂੰ ਐਮਬੀਟੀ ਗਾਈਡਸ ਤੋਂ ਪੜ੍ਹਾਉਂਦੇ ਰਹੇ, ਉਹਨਾਂ ਲੈਵਲ ਬਣ ਨਹੀਂ ਪਾਉਂਦਾ, ਆਪਾਂ ਡਰਦੇ ਆ ਮੈਥ ਤੋਂ। ਮੈਨੂੰ ਪਰਸਨਲੀ ਜੋ ਲੱਗਦਾ, ਮਤਲਬ ਵਿਦ ਨੋ ਆਫੈਂਸ, ਮੈਨੂੰ ਇਹ ਲੱਗਦਾ ਹੈ ਕਿ ਜ਼ਿਆਦਾਤਰ ਆਪਣੇ ਤੇ ਧਿਆਨ ਦਿੱਤਾ ਹੀ ਨਹੀਂ ਜਾਂਦਾ ਮੈਥ ਤੇ, ਜਦਕਿ ਮੈਥ ਜਿੰਨਾ ਸੌਖਾ ਸਬਜੈਕਟ ਕੋਈ ਨਹੀਂ ਹੈਗਾ। ਬਸ ਥੋੜਾ ਕੋਈ ਮੈਨੂੰ ਪਰਸਨਲ ਲੱਗਦਾ ਵੀ ਆਰਾਮ ਨਾਲ ਸਮਝਾ ਦੇ, ਟਿਕਾ ਕੇ ਦੱਸ ਦੇ, ਤਾਂ ਆਪਾਂ ਬਹੁਤ ਅੱਛੀ ਤਰ੍ਹਾਂ ਮੈਥ ਕਵਰ ਕਰ ਸਕਦੇ ਹਾਂ। ਸੋ ਉਹੀ ਚੀਜ਼ ਨਾਲ ਮੈਂ ਕੋਸ਼ਿਸ਼ ਕਰਦਾ ਹੁੰਦਾ, ਮੈਂ ਜਿੱਥੇ ਵੀ ਪੜ੍ਹਾਉਣਾ ਹੈ, ਜਿੱਥੇ ਵੀ ਲੈਕਚਰ ਲੈਣਾ, ਕਿ ਬਹੁਤ ਪੇਸ ਤੇ ਨਾ ਚੱਲੀਏ। ਪੇਸ ਨਾਲ ਬੱਚਿਆਂ ਦਾ ਨੁਕਸਾਨ ਹੁੰਦਾ ਹੈ, ਕਿਉਂਕਿ ਪੇਸ ਨਾਲ ਟੀਚਰ ਨੂੰ ਤਾਂ ਆਉਂਦਾ ਹੀ ਆ, ਅਸੀਂ ਇੱਥੇ ਪੜ੍ਹਾ ਰਹੇ ਹਾਂ ਤਾਂ ਮਤਲਬ ਸਾਨੂੰ ਆਉਂਦਾ ਹੈ, ਇਹ ਸ਼ੋਅ ਕਰਨੀ ਅਸੀਂ ਆਈ ਸਾਨੂੰ ਆਉਂਦਾ ਹੈ, ਤਾਂ ਆਬਵੀਅਸ ਗੱਲ ਆ। ਜੇ ਕੋਈ ਵੀ ਟੀਚਰ, ਕੋਈ ਵੀ ਬੇਟਾ, ਮਤਲਬ ਕੋਈ ਵੀ ਆਪਣੇ ਵੱਲੋਂ ਬੁਰਾ ਜਾਂ ਚੰਗਾ ਨਹੀਂ ਪੜ੍ਹਾਉਣ ਦੀ ਕੋਸ਼ਿਸ਼ ਕਰਦਾ, ਅਗਲਾ ਅੱਛਾ ਹੀ ਪੜ੍ਹਾਉਂਦਾ ਹੈ, ਬਟ ਸਟੂਡੈਂਟਸ ਤੱਕ ਕਿੰਨੀ ਗੱਲ ਪਹੁੰਚੀ ਉਹ ਮੈਟਰ ਕਰਦਾ ਕਿ ਟੀਚਰ ਕਿਸ ਲੈਵਲ ਤੇ ਪੜ੍ਹਾ ਰਿਹਾ ਹੈ। ਠੀਕ ਹੈ ਨਾ, ਉਹ ਤਾਂ ਵਧੀਆ ਲੱਗੂਗਾ ਟੀਚਰ ਮੇਰੇ ਹਿਸਾਬ ਨਾਲ ਜਦੋਂ ਉਹਦੇ ਦੱਸਣ ਤੋਂ ਬਾਅਦ ਮੈਂ ਆਪ ਕਰਦਾ। ਹੁਣ ਜਿਵੇਂ ਤੁਸੀਂ ਸਭ ਦਾ ਆਨਸਰ 15 ਆ ਚੁੱਕਿਆ ਹੈ, ਤਾਂ ਤੁਹਾਨੂੰ ਵੀ ਅੰਦਰ ਖੁਸ਼ੀ ਹੋਈ ਕਿ ਹਾਂ ਯਾਰ ਮੈਂ ਕੱਢ ਲਿਆ ਮੀਨ, ਤਾਂ ਚਲੋ ਸਟਾਰਟਿੰਗ ਹੋਇਆ, ਪਲੱਸ ਤੱਕ ਹੋਇਆ। ਹੁਣ ਬੰਦਾ ਕਹਿੰਦਾ ਇਹ ਕਿਹੜਾ ਬਹੁਤ ਵੱਡੀ ਗੱਲ ਨਹੀਂ, ਮੀਨ ਹੀ ਕੱਢਣਾ ਤਾਂ ਕੱਢ ਹੀ ਲਿਆ। ਵੱਡੀ ਗੱਲ ਐਵੇਂ ਨਹੀਂ ਹੁੰਦੀ ਆ। ਆਪਾਂ ਹੁਣ ਜਿਵੇਂ ਮੈਂ ਆਪਣੀ ਗੱਲ ਕਰਾਂ, ਮੈਨੂੰ ਕੋਈ ਕਹੇ ਕਿ ਤੁਸੀਂ ਰੇਸ ਲਾ ਕੇ ਆਓ 10 ਕਿਲੋਮੀਟਰ ਦੀ, ਮੈਂ ਪਹਿਲੇ ਦਿਨ 10 ਕਿਲੋਮੀਟਰ ਨਹੀਂ ਜਾ ਸਕਦਾ। ਮੈਨੂੰ ਕੋਈ 100 ਮੀਟਰ ਕਹੇ ਨਾ, ਤਾਂ ਮੈਂ ਸ਼ਾਇਦ ਵਾਕ ਕਰ ਆਵਾਂ, ਕਿਉਂਕਿ ਮੇਰਾ ਥੋੜਾ ਸਕੇਡਿਊਲ ਬਹੁਤ ਬਿਜ਼ੀ ਹੁੰਦਾ ਹੈ ਕਲਾਸਿਸ ਕਰਕੇ, ਮੈਂ ਨਹੀਂ ਇਸ ਤਰ੍ਹਾਂ ਦੀ ਐਕਟੀਵਿਟੀ ਕਰ ਸਕਦਾ ਫਿਜ਼ੀਕਲ, ਕਿਉਂਕਿ ਮੇਰੀ ਮਾਰਨਿੰਗ 7 ਤੋਂ ਲੈ ਕੇ ਈਵਨਿੰਗ ਲੇਟ 11 o'clock ਤੱਕ ਕਈ ਵਾਰ ਕਲਾਸ ਚਲੀ ਜਾਂਦੀ ਹੈ। ਤਾਂ ਹੁਣ ਇਹਦੇ ਵਿੱਚ ਮੇਰੇ ਕੋਲ 100 ਮੀਟਰ ਵਾਕ ਕਰਨ ਦਾ ਟਾਈਮ ਵੀ ਨਹੀਂ ਹੈ। ਪਰ ਜੇ ਮੈਂ 100 ਮੀਟਰ ਵਾਕ ਕਰਾਂਗਾ शायद मैं हैप्पी फील करांगा, अगले दिन मैं 200 ਤੇ ਆਉਂਗਾ। ਹੋ ਸਕਦਾ ਹੈ ਆਫਟਰ 10 to 15 ਡੇਜ਼ ਮੈਂ 500 ਮੀਟਰ ਵਾਕ ਕਰ ਲਾਂ, ਪਰ ਜੇ ਮੈਨੂੰ ਕਹੇ ਅੱਜ ਹੀ ਕੋਈ ਹੋਣੀ ਕਿ 500 ਮੀਟਰ ਵਾਕ ਕਰ ਲਓ, ਨਹੀਂ ਪੋਸੀਬਲ। ਤਾਂ ਉਹੀ ਚੀਜ਼ ਹੁੰਦੀ ਹੈ ਮੈਥ ਦੇ ਨਾਲ, ਤੁਸੀਂ ਮੀਨ ਕੱਢਣਾ ਸਿੱਖ ਗਏ, ਤੁਹਾਡੇ ਕੋਲ ਮੀਡੀਅਨ ਆ ਜਾਊਗਾ, ਮੀਡੀਅਨ ਆਉਣ ਲੱਗ ਗਿਆ ਮੋਡ ਆ ਜਾਊਗਾ, ਮੋਡ ਆ ਗਿਆ ਤੁਸੀਂ ਵੇਰੀਅੰਸ ਕੱਢਣਾ ਸਿੱਖ ਲੈਣਾ ਹੈ। ਮੀਨ ਮੀਡੀਅਨ ਮੋਡ ਤੋਂ ਵੇਰੀਅੰਸ ਆ ਗਿਆ, ਸਟੈਂਡਰਡ ਡੇਵੀਏਸ਼ਨ ਸਿੱਖ ਜਾਓਗੇ, ਉਸ ਤੋਂ ਬਾਅਦ ਸਕਿਊਨੈਸ ਸਿੱਖ ਜਾਓਗੇ, ਫਿਰ ਰੈਂਕ, ਕੋਰਿਲੇਸ਼ਨ, ਤੁਸੀਂ ਕਹਿਣਾ ਮਜ਼ਾ ਹੀ ਬਹੁਤ ਆ ਗਿਆ। ਹੁਣ ਜਿਵੇਂ ਮੇਰੇ ਵਰਗਾ ਇਨਸਾਨ, ਜੇ ਮੈਨੂੰ ਕੋਈ ਕਹੇ 1 ਕਿਲੋਮੀਟਰ ਦੌੜ ਲੈ, ਤੇ ਮੈਂ ਅੱਜ ਤਾਂ ਨਹੀਂ 1 ਕਿਲੋਮੀਟਰ ਦੌੜ ਸਕਦਾ, ਪਰ ਹਾਂ ਜੇ ਮੈਂ 20 ਦਿਨ ਬਾਅਦ ਵੀ 1 ਕਿਲੋਮੀਟਰ ਦੌੜਨ ਜੋਗਾ ਹੋ ਗਿਆ, ਤਾਂ ਮੈਂ ਆਪਣੇ ਆਪ ਨੂੰ ਬਹੁਤ ਅੱਛਾ ਫੀਲ ਕਰੂੰਗਾ ਕਿ ਹਾਂ ਠੀਕ ਹੈ ਯਾਰ 1 ਕਿਲੋਮੀਟਰ ਤਾਂ ਹੁਣ ਹੋਣ ਲੱਗ ਗਿਆ। ਇਸ ਤਰ੍ਹਾਂ ਹੀ ਮੈਥ ਬੱਚੋ, ਸੋ ਪਲੀਜ਼ ਫੋਕਸ ਕਰਦੇ हैं। ਹੁਣ ਮੀਨ ਆ ਗਿਆ 15। ठीक है जी, 15 आ गया। नाउ जल्दी करके माइनस करो, जिसमें 5 बेटा की एक्स नहीं रहेगा, पीछे भी रहेगा, नेगेटिव आ रहा है, आन दो, कोई परवाह नहीं है। 5 - 15 कहते हैं देखिए छोटे अपने यूज वास्ते कोई गलती आएगी कैलकुलेशन करके करिए आप। 5 - 15 छोटी वैल्यू तो बड़ी वैल्यू जाऊगी -10 आऊगा बेटा, ये किस तरह से जल्दी कई बार अपने गलती करते हैं। मैं कई बच्चों ने ਜਿਹੜੇ ਮੇਰੇ ਨਾਲ ਆਫਲਾਈਨ ਸਾਹਮਣੇ ਬੈਠੇ ਨੇ ਮੇਰੇ, ਮੈਂ ਦੇਖ ਰਿਹਾ ਹੁੰਦਾ ਕਈ ਵਾਰ ਉਹ 5 ਚੋਂ 15 10 ਲਿਖਤਾ ਉਹਨਾਂ ਨੇ। ਤਾਂ ਨਹੀਂ, ਅਗਰ ਤੁਹਾਡੇ ਕੋਲ ਨੈਗੇਟਿਵ ਨੰਬਰ ਦੀ ਵੈਲਿਊ ਜ਼ਿਆਦਾ ਵੱਡੀ ਆ ਤਾਂ ਤੁਸੀਂ ਨੈਗੇਟਿਵ ਲਿਖੋਗੇ। ਔਰ ਕਦੇ ਵੀ ਸਟੈਟ ਚ ਨੰਬਰ ਮੈਟਰ ਨਹੀਂ ਕਰਦੇ, ਨੈਗੇਟਿਵ ਨੇ ਪੋਜ਼ਿਟਿਵ ਨੇ ਕੋਈ ਚੱਕਰ ਨਹੀਂ, ਜਿਵੇਂ ਆ ਰਿਹਾ ਲਿਖੋ। ਓਕੇ, ਸੋ 5 - 15 -10, 10 - 15 -5, 14 - 15
-1, 16 -15 +1। ठीक है जी, ये हो गया, प्लीज ध्यान देना, ऐसा हो गया सभी क्लियर। देन 20 -15 +5, 25 -15 10। सो प्लीज ये टेबल बन गया होगा सबका। ओके जी, हमें कोई दिक्कत नहीं होनी लगती चाहिए। ਹੁਣ ਇਹ ਵਨੀਆ ਕੀ ਮੈਂ ਵੈਲਿਊ ਮੈਂ ਦੁਬਾਰਾ ਦੱਸ ਰਹੇ ਹਾਂ। ਸਭ ਤੋਂ ਪਹਿਲਾਂ ਮੈਨੂੰ ਪੇਪਰ 'ਚ ਆਹ ਚੀਜ਼ ਗਿਵਨ ਹੋਏਗੀ, ਡਾਟਾ, ਨੰਬਰਸ, ਆਬਜ਼ਰਵੇਸ਼ਨਸ। आई विल फाइंड व्हाट, आई विल फाइंड मीन। किवें सर, सम करके डिवाइड कर दो, मीन आ गया। ਉਹ ਤੋਂ ਬਾਅਦ ਕੱਲੇ ਕੱਲੇ ਵੈਲਿਊ ਦਾ ਡਿਫਰੈਂਸ ਲੈਣਾ ਹੈ। ਕਿਸ ਨਾਲ ਸਰ? xi। xi ਕੀ ਹੁੰਦਾ ਹੈ? ਗਿਵਨ ਆਬਜ਼ਰਵੇਸ਼ਨ xi ਹੁੰਦਾ। ਐਸਾ ਹੀ ਨਹੀਂ ਬੋਲਦੇ ਨਾ ਸਰ, ਇਫੈਕਟ ਨਹੀਂ ਆਈ। सही है, ठीक है जी। सो 5 -15 -10, 10 -15 -5, 14 -15 -1, 16 -15 एक पॉजिटिव से पॉजिटिव में आ गया। अब तुम नेगेटिव लिख देंगे क्योंकि तीनों केसां च ए वाली वैल्यू छोटी दिख रहा था। ओके, जे वैल्यू दिखती हुई छोटी होगी तो माइनस, सिंपल। उस तो बाद 16 जो 15 गए 1, 20 ਚੋਂ 15 ਗਏ 5, 25 ਚੋਂ 15 ਗਏ 10। ਇਹ ਪੋਜ਼ਿਟਿਵ ਨੰਬਰ ਕਿਉਂਕਿ ਤੁਹਾਡੀ ਆਬਜ਼ਰਵੇਸ਼ਨ ਵੱਡੀ ਆ, ਠੀਕ ਹੈ ਨਾ। ਹੁਣ ਇੱਕ ਤੁਸੀਂ ਅੱਜ ਕੱਲ ਬੱਚੇ ਕਈ ਵਾਰ ਦੇਖਦੇ ਨੇ ਨਾ ਵੀ ਇੱਕ ਦੋ ਚ ਦੋ ਗਿਆ ਕੀ ਬਚਿਆ, ਤਾਂ ਜ਼ੀਰੋ, ਓਬਵੀਅਸ ਗੱਲ ਹੈ। ਹੁਣ ਇੱਕ ਲੇਡੀ ਆਪਣੀ ਬੇਟੀ ਨੂੰ ਸਮਝਾ ਰਹੀ ਥੀ ਕਿ ਤੇਰੇ ਕੋਲ ਦੋ ਚ ਦੋ ਗਿਆ ਕੀ ਬਚਿਆ, ਸ਼ੀ ਵਾਜ਼ ਨੋਟ ਏਬਲ ਟੂ ਅੰਡਰਸਟੈਂਡ, ਛੋਟੀ ਬੱਚੀ ਸੀ। ਤਾਂ ਉਹਦੀ ਮਦਰ ਨੂੰ ਐਗਜ਼ਾਮਪਲ ਦਿੰਦੀ ਹੈ ਵੀ ਦੋ ਚੋਂ ਦੋ ਗਿਆ ਕੀ, ਕਹਿੰਦੀ ਨਹੀਂ ਪਤਾ। ਕਹਿੰਦਾ ਮੰਨ, ਕਹਿੰਦੀ ਬੇਟਾ ਮੰਨ ਲੈ ਤੇਰੇ ਕੋਲ ਸਬਜ਼ੀ ਹੈ ਤੇ ਦੋ ਰੋਟੀਆਂ ਨੇ, दोनों रोटियां खा लिया, तेरे को की बचया? आंसर तो जीरो था, पर वो कहते सब्जी। तो उस हो जाता भी अपनी सब्जी बच गई है ना, उसके अकॉर्डिंग तो उम्मीद करना जे नंबर छोटे होंगे तो नेगेटिव, बड़े होंगे तो पॉजिटिव। तो आपने वो सब्जी नहीं बचोगे, अपने को नंबर बड़े या छोटे बचेंगे। बड़े नंबर आए पॉजिटिव वाली बात बैठो, छोटे नेगेटिव आ चुका। ओके, देन आप उस तो बाद आप वैल्यू डालते नेगेटिव से पॉजिटिव इधर सैंपल दा स्केल कर देंगे किवें सर? स्केल 100 एक्टिव ही नहीं होया ਕਿਸੇ ਵੀ ਵੈਲਿਊ ਦਾ ਜਦੋਂ ਆਪਾਂ ਸਕੇਅਰ ਕਰਦੇ ਆ ਤਾਂ ਉਹ ਪੋਜ਼ਿਟਿਵ ਆਉਂਦਾ ਹੈ, ਠੀਕ ਹੈ। ਸਕੇਅਰ ਦਾ ਮਤਲਬ ਈਵਨ ਪਾਵਰ, ਜਦੋਂ ਪਾਵਰ ਈਵਨ ਆ ਤਾਂ ਪੋਜ਼ਿਟਿਵ ਹੀ ਆਊਗਾ। ਤਾਂ ਇਸ ਤਰ੍ਹਾਂ ਮੇਰਾ 100 ਆ ਗਿਆ, 5 ਦਾ ਸਕੇਅਰ ਕਰੂੰਗਾ 25 ਆ ਗਿਆ, -1 ਦਾ ਸਕੇਅਰ 1, ਚਾਹੇ ਨੰਬਰ ਨੈਗੇਟਿਵ ਹੋਵੇ ਚਾਹੇ ਪੋਜ਼ਿਟਿਵ ਹੋਵੇ, ਸਕੇਅਰ ਪੋਜ਼ਿਟਿਵ ਹੀ ਹੁੰਦਾ। ਆਂਦਾ 25, 10 ਦਾ 100। ਤਾਂ ਮੇਰੇ ਹਿਸਾਬ ਨਾਲ ਸਭ ਨੂੰ ਸਮਝ ਆ ਜਾਏਗਾ। -10 ਦਾ ਸਕੇਅਰ 100 ਜੀ, 1 ਦਾ 21 ਹੁੰਦਾ ਸਕੇਅਰ, ਸਕੇਅਰ ਨੂੰ ਦੋ ਵਾਰ ਗੁਣਾ ਕਰਨਾ। 10 10 ਦਾ 100, 5 5 25, ਇਸ ਤਰ੍ਹਾਂ ਕਰ ਰਹੇ ਹਾਂ। फिर 5 ਦਾ 25, 10 ਦਾ 100। ਹੋਪਫੁਲੀ ਸਮਝ ਆ ਗਿਆ। ਇਹਦਾ ਕਰ ਲਓ ਸੋਲੂਸ਼ਨ, xi ਮਾਈਨਸ x ਬਾਰ ਦਾ ਸਕੇਅਰ ਕਰਕੇ ਕਰ ਲੈ ਸੋਲੂਸ਼ਨ ਕਰ ਲੈਂਦਾ। ਇਹਦਾ ਸੋਲੂਸ਼ਨ ਕੀ ਬਣੇਗਾ? 100 200 250 252 252। चेक करना ही आंदा है? हाँ जी, ऑफलाइन ते ऑनलाइन चेक करो प्लीज, सेम आंदा है। टीचर भी कई बार लिख सकता है, कोई एडी गल नहीं। कैलकुलेशन बोर्ड ते करना और कॉपी ते करना बड़ा फर्क होता है। कई बार सम टाइम हो सकता है कि भाई मिस्टेक गलती इंटेंशनली तो कोई नहीं लिखूंगा, पर चेक करो कौन सही आ रहा है। हाँ जी, ओके सब दा, चलो ठीक है। 100 200 225 250 51 52 252, ठीक है जी, ठीक है, शाबाश। ਹੁਣ ਆ ਗਿਆ ਸਮ। ਹੁਣ ਕਰਦੇ ਆ ਵੇਰੀਐਂਸ। ਹੁਣ ਵੇਰੀਐਂਸ ਦਾ ਫਾਰਮੂਲਾ ਕੀ ਹੈ ਸਰ? ਵੇਰੀਐਂਸ ਦਾ ਫਾਰਮੂਲਾ ਹੈ summation xi minus mean ਦਾ whole square divided by n। ਸਰ ਉਹਨੇ n ਕੀ ਹੈ ਜੀ? ਵੈਰੀ ਗੁੱਡ ਸੰਜੀਵ। n ਹੁੰਦਾ ਹੈ ਰਾਜੇ ਨੰਬਰ ਆਫ ਆਬਜ਼ਰਵੇਸ਼ਨ। ਜਦ ਤੱਕ ਤੁਹਾਨੂੰ fi ਨਹੀਂ ਦਿੱਤਾ ਗਿਆ, ਕੱਲਾ xi ਦਿੱਤਾ ਗਿਆ। xi ਸਰ ਕੀ ਬਈ ਆ ਬਾਰ ਬਾਰ ਰਿਪੀਟ ਕਰਨੀ ਹੈ, ਪਤਾ ਕਿਵੇਂ ਕੰਫਿਊਜ਼ਨ ਹੋ ਸਕਦੀ ਹੈ। ਆ ਡਾਟਾ ਜਿਹਨੂੰ ਐਕਸਰਸਾਈਜ਼ ਬੋਲਦੀ, ਕਿੰਨੇ ਹੈ ਸਰ? 1 2 3 4 5 6 6 ਨੇ, ਤਾਂ ਮਤਲਬ n ਹੋ ਗਿਆ 6। ਤਾਂ ਵੇਰੀਐਂਸ ਕਿੰਨਾ ਹੋ ਜਾਏਗਾ? ਵੇਰੀਐंस हो गया 252 डिवाइड बाय 6। 252 डिवाइड बाय 6, जिसका आंसर आ गया पहला तो गया 24 ਤੇ 2 42। अब वेरिएंस आया 42 इस तरह। गुड, वेरी गुड जी। ऑफलाइन आ गया सब, ऑनलाइन आ गया जी। सो मेरे ख्याल नाल आज ਜਿਹੜੇ ਆਪਾਂ 10 ਮਿੰਟ ਲਾਏ ਨੇ, ਆਪਾਂ ਹੁਣ ਥੋੜੀ ਡਿਸਕਸ਼ਨ ਜ਼ਿਆਦਾ ਕੀਤੀ ਇਸ ਵਾਰੀ ਵੈਸੇ, ਬਟ ਤੁਹਾਨੂੰ वेरिएंस करना भी आ गया।
डन है जी क्लास। ਜਿਹੜੇ ਆਨਲਾਈਨ ਨੇ ਪਲੀਜ਼ ਇੱਕ ਵਾਰ ਰਿਪਲਾਈ ਬੈਕ ਕਰ ਦਿਓ। ਆਫਲਾਈਨ ਤੁਹਾਨੂੰ ਆ ਗਿਆ? ਓਕੇ ਆ, ਦੇਖੋ क्लियर जी। ओके, मजा आ रहा बच्चों मैथ करके? ਹੁਣ ਦੇਖੋ ਆਹੀ ਚੀਜ਼ +1 ਸ਼ੁਰੂ ਹੋ ਜਾਂਦੀ ਹੈ ਜਦ ਤੁਸੀਂ +1 ਦੀ ਇਕਨੋਮਿਕਸ ਪੜ੍ਹਦੇ ਹੋ। ਉੱਥੇ ਤੁਹਾਨੂੰ ਬੁੱਕਸ ਲਗਾਈ ਹੋਣੀ, ਜੇ ਤੁਸੀਂ ਕੋਈ ਇਕਨੋਮਿਕ ਬੈਕਗ੍ਰਾਉਂਡ ਹੈਗਾ TR ਜੈਨ, NCERT ਵੀ ਹੁੰਦੀ ਆ, ਪਰ ਜਿਹੜੀ ਬੈਸਟ ਬੁੱਕ ਮੰਨੀ ਜਾਂਦੀ ਉਹ TR ਜੈਨ ਮੰਨੀ ਜਾਂਦੀ ਹੈ। ਤਾਂ TR ਜੈਨ ਦੇ ਵਿੱਚ ਜਦੋਂ ਤੁਸੀਂ ਐਂਟਰ ਕਰਦੇ ਹੋ ਸਟੈਟਸ 'ਚ, ਤਾਂ ਉੱਥੇ ਮੀਨ, ਮੀਡੀਅਨ, ਮੋਡ ਤੇ ਵੇਰੀਏਸ਼ਨ, ਸਟੈਂਡਰਡ ਡੇਵੀਏਸ਼ਨ, ਸਕਿਊਨੈਸ, ਕੋਫੀਸ਼ੀਐਂਟ ਆਫ ਕੋਰਿਲੇਸ਼ਨ, ਐਸੀ ਗੱਲਾਂ ਦੇਖਣ ਨੂੰ ਮਿਲਦੀਆਂ ਨੇ। ਤਾਂ ਉੱਥੇ ਕਈ ਵਾਰ ਆਪਾਂ ਨੂੰ ਟਫ ਲੱਗਦਾ था ਵੀ ਯਾਰ ਵੇਰੀਅੰਸ ਵੇਰੀਅੰਸ ਕੀ ਚੀਜ਼ ਹੈ। ਤਾਂ ਹੁਣ ਤਾਂ ਐਸਾ ਲੱਗਦਾ ਕੁਝ ਨਹੀਂ, ਪੰਜ ਦਾ ਕਿਹੜਾ ਹੈ ਕੀ ਥਾ ਸਰ, ਐਕਸਰਸਾਈਜ਼ ਦਿੱਤਾ ਹੋਇਆ, ਠੀਕ ਹੈ, ਸਮ ਕਰ ਲਿਆ, ਡਨ ਹੋ ਗਿਆ ਸਮ। ਫਿਰ ਉਹਦਾ ਮੀਨ ਕੱਢ ਕੇ ਪਹਿਲਾਂ ਪਹਿਲਾਂ ਮੀਨ ਮੀਨ ਆ ਗਿਆ 15, एक्सरसाइज चो मीन माइनस कर लेने, कर लिया सर। फिर जो वैल्यू आई नेगेटिव आई पॉजिटिव आई लिखो, कोई परवाह नहीं हैगी, ਉਹਦਾ ਸਕੇਅਰ ਕਰਨਾ। ਓਕੇ ਕਰ ਲਿਆ, ਤਾਂ ਸਕੇਅਰ ਹੋ ਗਿਆ ਵੈल्यू ਦਾ। ਪਹਿਲਾ ਐਕਸ ਆਈ ਤੋਂ ਮੀਨ, ਮੀਨ ਤੋਂ ਡਿਫਰੈਂਸ, ਡਿਫਰੈਂਸ ਦਾ ਸਕੇਅਰ, ਆ ਸਕੇਅਰ ਕਰਕੇ ਸਮ ਆ ਪੰਜ ਸਟੈਪਾਂ 'ਚ ਹੋ ਗਿਆ। ਐਕਸ ਆਈ ਦਿੱਤਾ ਹੋਊਗਾ, ਐਕਸ ਆਈ ਚੱਕ ਲਿਖ ਲਓ, ਉਹਦਾ ਮੀਨ ਕੱਢ ਲਓ। ਮੀਨ ਕਿਵੇਂ ਸਰ? ਸਮ ਬਾਈ ਨੰਬਰ ਹੋ ਗਿਆ। ਮੀਨ ਦਾ ਡਿਫਰੈਂਸ ਲੈ ਲਓ, ਐਕਸ ਆਈ ਨਾਲ ਹੋ ਗਿਆ, ਉਹਦਾ ਸਕੇਅਰ ਕਰ ਦੋ, ਹੋ ਗਿਆ। स्केयर तो बाद सम कर लो, हो गया, डिवाइड कर दो, आ गया वेरिएंस। सो दिस इज द इजीएस्ट पोर्शन ऑफ स्टैट। कहीं मैं लेक्चर पहले तो कहता आ रहा है भी जे 15 नंबर का क्वेश्चन आया 15 पूरे मिलणगे। मैथ च हमेशा ही ਹੁੰਦਾ ਆ, ਕਦੇ ਵੀ ਤੁਹਾਨੂੰ ਨੰਬਰ ਕੱਟਦੇ ਨਹੀਂ ਮੈਥ ਚ। 10 ਨੰਬਰ ਦਾ ਕੁਐਸਚਨ ਹੈ 10 ਮਿਲਣਗੇ, 15 ਦਾ ਕੁਐਸਚਨ ਹੈ 15 ਮਿਲਣਗੇ। ਸੋ ਡਿਪੈਂਡ ਕਰਦਾ ਹੈ ਤੁਸੀਂ ਰੀਪ੍ਰੈਜ਼ੈਂਟ ਕਿਵੇਂ ਕਰਦੇ ਹੋ, ਠੀਕ ਹੈ। ਸੋ ਇਸ ਤਰੀਕੇ ਨਾਲ ਅਗਰ ਰਿਪੀਟ ਕਰਕੇ ਆਓਗੇ, ਬਹੁਤ ਵਧੀਆ ਸਟੈਪ ਲਿਖ ਕੇ ਆਓਗੇ, ਤਾਂ ਤੁਹਾਨੂੰ ਆਉਣੇ ਸ਼ੁਰੂ ਹੋਣਗੇ। ਆਪਣੀ ਤੀਜੀ ਕਲਾਸ ਹੈ, ਤੀਜੀ ਕਲਾਸ ਮੈਂ ਫੇਰ ਕਹਿ ਰਿਹਾ, ਇਸ ਦੇ ਵਿੱਚ ਹਲੇ ਵੀ ਮੈਂ ਤੁਹਾਨੂੰ ਸਟੈਪ ਬਾਏ ਸਟੈਪ ਸਿਖਾ ਰਿਹਾ। ਜਦੋਂ ਇੱਕ ਵਾਰੀ ਮਾਡਲ ਆਂਸਰ ਲਿਖਾਣੇ ਸ਼ੁਰੂ ਕਰਾਂਗਾ ਵੀ ਐਗਜ਼ੈਕਟ ਹੋਊਗਾ ਆਹੀ ਕੁਛ, ਆਹੀ ਕਰਨਾ ਹੈ, ਬਸ ਥੋੜਾ ਸਟੈਪ ਪਿੱਛੇ ਦੇ ਦਾਂਗੇ ਕਿ ਫਰੋਮ ਇਕੁਏਸ਼ਨ ਦਿਸ ਐਂਡ ਦੈਟ, ਟੀਚਰ ਨੂੰ ਥੋੜਾ ਹੋਰ ਵਧੀਆ ਪਰਫਾਰਮੈਂਸ ਦੇ ਦਾਂਗੇ ਤਾਂ ਹੋਰ ਅੱਛਾ ਲੱਗੂਗਾ, ਠੀਕ ਆ। ਸੋ ਐਕਸਪੈਕਟ ਦਾ ਕੰਮ ਕਲੀਅਰ। ਸੋ ਵੇਰੀਅੰਸ ਆ ਗਿਆ ਆਪਾਂ ਨੂੰ, ਜਿਹਦੇ ਗੱਲਾਂ ਸਹੀ ਗਈਆਂ ਹੋਇਆ। ਠੀਕ ਹੈ ਜੀ ਕਲਾਸ, ਅੱਗੇ ਚੱਲਦੇ ਹਾਂ। ਇੱਕ ਕੇਸ ਹੋਰ ਕਰਦੀ ਹੈ ਇਸ ਤੇ, ਬਸ ਇੱਕ ਕੁਐਸਚਨ ਅਗਰ ਥੋੜਾ ਹੱਥ ਜੇ ਤੁਸੀਂ ਕਰ ਸਕੋ, ਫਿਰ ਆਪਾਂ ਅੱਗੇ ਵਧਾਂਗੇ XI FI ਵਾਲੇ ਕੇਸ ਤੇ, ਕਿਉਂਕਿ ਇੱਕ ਕੁਐਸਚਨ ਨਾਲ ਕਲੈਰਿਟੀ ਜੀ ਹੋ ਜਾਂਦੀ ਹੈ। ਹੱਥ ਖੁੱਲਦੇ ਦੋ ਤਿੰਨ ਕੁਐਸਚਨ ਕਰਕੇ, ਤਾਂ ਮੈਂ ਸਕਰੀਨ ਤੇ ਆਪ ਹੀ ਕਰਾਈ ਜਾਂਦਾ ਹੁੰਦਾ ਵੀ ਤੁਸੀਂ ਜੇ ਬਾਅਦ ਚ ਨਹੀਂ ਵੀ ਕਰ ਸਕੋਗੇ ਕੋਈ ਨਹੀਂ, ਅਸੀਂ ਕਰਾ ਦਿੰਦੇ ਹਾਂ। ਓਕੇ, ਦੇਖੋ ਜਰਾ ਕੁਐਸਚਨ ਹੋਰ ਦੇਖਦੇ ਹਾਂ। ਆ ਜੀ ਨਵਾਂ ਡਾਟਾ, ਸਾਡੇ ਕੋਲ ਬੱਚੋ ਸਲਾਈਡ ਸੇਵ ਹੁੰਦੀਆਂ ਨੇ। ਜੇ ਕਿਸੇ ਨੇ ਸਲਾਈਡ ਲੈਣੀ ਹੋਵੇ ਕਦੇ ਵੀ ਇੰਸਟੀਟਿਊਟ ਕਾਲ ਕਰਕੇ ਸਲਾਈਡ ਮੰਗਾ ਸਕਦੇ, ਕਿਉਂਕਿ ਮੈਂ ਇੰਗਲਿਸ਼ ਨਹੀਂ ਕਰਦਾ ਹੁੰਦਾ, ਕਿਉਂਕਿ ਕਈ ਵਾਰ ਮੈਥ ਬਾਅਦ ਚੋਂ ਪੜ੍ਹਨਾ ਪੈਂਦਾ ਇਸ ਕਰਕੇ। ਓਕੇ ਜੀ, ਨਾਓ ਫਾਈਂਡ variance of numbers 4, 8, 6, 5, 3, 9 है मेरा। आप वेरिएंस फाइंड करना है, कुछ नंबर दिते हुए स्क्रीन पे अपनी 4, 8, 6, 5, 3, 9, ठीक है जी। ये नंबर दिते हुए वेरिएंस पता करना है। सर की दिता हुआ है एनुअल क्लास क्या होना है, इसमें एक्स एफ आई दिख रहे थे नहीं दिख रहा। ਕਿਹੜਾ ਡਾਟਾ ਕੇਸ ਲਾਣਾ ਹੈ, ਜਿਹੜਾ ਹੁਣੀ ਪੜਾਇਆ था ਕਿਹੜਾ ਕੇਸ XI ਵਾਲਾ। ਕੀ ਕਰਨਾ ਹੋਊਗਾ, XI ਨੂੰ ਪਹਿਲਾਂ ਅਰੇਂਜ ਕਰਾਂਗੇ ਡਾਟਾ ਟੇਬਲ 'ਚ। ਸਰ ਇਹਨੂੰ ਅਸੈਂਡਿੰਗ ਔਰ ਡਿਸੈਂਡਿੰਗ 'ਚ ਲਾਣਾ ਹੈ? ਨਹੀਂ ਲਾਣਾ ਭਾਈ। ਜਦੋਂ ਵੇਰੀਐਂਸ ਕੱਢਣਾ ਹੈ, ਵੈਸਾ ਵੇਰੀਐਂਸ ਅਬਾਊਟ ਮੀਨ ਵੀ ਨਿਕਲਦਾ ਹੈ, ਵੇਰੀਐਂਸ ਅਬਾਊਟ ਮੀਡੀਅਨ ਵੀ ਨਿਕਲਦਾ ਹੈ। ਕੁਛ ਨਹੀਂ ਕਿਹਾ, ਆਪਾਂ ਵੇਰੀਐਂਸ ਅਬਾਊਟ ਮੀਨ ਹੀ ਕੱਢਣਾ ਹੈ, ਠੀਕ ਆ। ਮੈਂ ਵੇਰੀਐਂਸ ਅਬਾਊਟ ਮੀਨ ਵੀ ਮੀਡੀਅਨ ਸਿਖਾਊਂਗਾ। ਹਲੇ ਸਿੰਪਲ ਗੱਲ ਹੈ, ਵੇਰੀਐਂਸ ਕੱਢਣਾ ਹੈ, ਪਹਿਲਾਂ ਡਾਟਾ ਲਿਖ ਲਓ ਸਿੱਧਾ ਸਿੱਧਾ ਕਰਕੇ, ਕੋਈ ਅਸੈਂਡਿੰਗ ਡਿਸੈਂਡਿੰਗ ਲਾਉਣ ਦੀ ਲੋੜ ਨਹੀਂ ਹੈਗੀ। ਆਪਾਂ ਚੱਲਾਂਗੇ ਇੱਕ ਵਾਰੀ ਕਿਵੇਂ ਸਰ, ਆਓ ਦੇਖਦੇ ਹਾਂ। ਪਹਿਲਾਂ ਐਕਸ ਆਈ ਲਿਖਣਾ ਹੈ, ਲਿਖ ਲਿਆ ਜੀ। 4, 8 ਅਸੈਂਡਿੰਗ ਲਾਵਾ ਸਰ, ਲੋੜ ਹੈਗੀ? ਨਹੀਂ ਨਹੀਂ ਕੋਈ ਲੋੜ ਨਹੀਂ ਹੈਗੀ, ਇਹ ਚੱਕ ਲਓ। 4, 8, 6, 5, 3, 9, ठीक है हो गया। फिर क्या करिए ना, उन्हें सिखाया था जी, की करना है मीन कर दो, आगे मीन तो मीन वास्ते सब तो पहला स्टेप तो ऐड करना है,
ठीक है, ऐड कर लो। कितना ऐड करके यानी 1 क्लास कर लिया भाई, करे करो, हाथ चलाया करो। जिन्ने ਵੱਧ हाथ चलाओगे उन्ना हाथ खुलूगा। कितना आ रहा है आंसर ऐड करके? इतने किसने? चलो कर लो, तुम करो। मैं तो कर रहा हूँ, सिंपल है। 9, 12, 17, 23, 8, 31, 35। देखो आ गया 35 सबका। वेरी गुड जी, वेरी गुड ऑनलाइन स्टूडेंट्स। ऑफलाइन आ गया समझ? चलो गुड। फोन की करना है सर, मीन कट ली, कट लो। मीन क्या होता है? समेशन एक्स आई बाय एन है। एक्स आई कितना सर? 35। एन कितना? काउंट कर कितने ने? 1 2 3 4 5 6 ने। ओके, ਤੇ ਆ ਗਈਆਂ। ठीक है, ਹੁਣ ਆਪਾਂ ਕਰਾਂਗੇ 6 ਨੂੰ ਡਿਵਾਈਡ ਕਰ ਦਾਂਗੇ ਇਹਦੇ ਨਾਲ। ਕਿੰਨਾ ਆਊਗਾ? 5.8। ਵੈਰੀ ਗੁੱਡ। ਠੀਕ ਹੈ ਸੋ ਥੋੜਾ ਜਿਹਾ ਕੰਮ ਉਲਝ ਨਹੀਂ ਜਾਊਗਾ ਜਦੋਂ डिफरेंस ਲਾਂਗੇ? कोई गल नहीं, 5.8 लेके भी कर सकते हो, कोई डी गल। मैं जान के नंबर ले आएंगे। पिछली बार सिंपल सिंपल नंबर थे, बहुत जल्दी हो गया। कई बार नंबर ऐसे आ जाते नहीं। मेरा कभी मोटिव नहीं रहता, चाहे वो वीडियो लेक्चर है, चाहे मैं ऑफलाइन पढ़ावा चाहे ऑनलाइन, कि सौखा सौखा काम करा दो, ते जो नंबर वधिया होण ते ਆਪਾਂ ਤੇ ਫਸ ਜਾਈਏ। ਸੋ ਬੀ ਕੇਅਰਫੁਲ ਅਬਾਊਟ ਇਟ। ਨੰਬਰ ਐਸੇ ਆ ਸਕਦੇ ਨੇ, ਪਰ ਜੇ ਤੁਸੀਂ ਠੀਕ ਹੈ ਮੇਨਸ ਦਾ ਪੇਪਰ ਲਿਖ ਰਹੇ ਹੋ ਤੇ ਆਪਾਂ ਸਕੂਲ ਦਾ ਐਗਜ਼ਾਮ ਲਿਖ ਰਹੇ ਕਦੀ ਮਿਲਿਆ ਵਾ, ਸੋ ਕਈ ਵਾਰ ਆ ਸਕਦਾ। तो ਤੁਸੀਂ डिफरेंस लो एक्स का मीन देना है। मीन कितना है? 5.88। 5.8 लेकिन कर सकते हो क्योंकि 8 तो बाद 3 ना राउंड ऑफ चलेगा, इतना क्योंकि चल सकता है। 5.8 लेके कर लो, मेरे ख्याल में इजी हो जाएगा। ठीक है, आओ जी माइनस करें। मैं चाहे 3 ले लो, चाहे 3 ले लो बच्चों, चाहे यार 5.8 ले लो, 5.83 ले लो, एक को करना एक चल सकता है, इतना चल रहा है राउंड ऑफ। सो को 5.8 ले लेने हैं, ताकि कैलकुलेशन थोड़ी इजी हो जाए। मेरे दिमाग से देखो, मैं तो पहला इसका मैं 5.8 लेके कर रहे हैं, इजी रहूंगा, कर सकते हैं इतना। क्योंकि राउंड ऑफ जब सीखते ना, कुछ के अंदर भी जे वैल्यू बड़ी होती 5 को, फिर आप अगले नंबर चेंज करते हैं, छोटी वैल्यू तो कोई चक्कर नहीं, राउंड ऑफ कर लिया 5.8। 5 4 माइनस 5.8 माइनस 1.8। आगे आ गया 8। 8 जो 5.8 माइनस करो कितना होगा क्लास? 2.2। 6 माइनस करो 0.2। सर बड़े नंबर दे दो, पॉजिटिव आ रहा है। 5 गया माइनस 0.8। 3 गया, अगर आप 3 माइनस करांगे माइनस 2.8। 9 माइनस करो 3.2। चेक करो टेबल सही है? चेक कर लो प्लीज, कैलकुलेशन है आराम से चेक कर लो, कोई जल्दबाजी नहीं। 5 तो 5 मिनट गया 1 मिनट। 8 तो गया 2 ਤੇ 2.2 ठीक है। 6 चो गया 0.2। 5 चो गया 0.8। 3 चो गया 2.8। 9 चो माइनस कितना? 3.2। ओके क्लास, हाँ जी, ऑनलाइन ऑफलाइन समझ आया? डन है इतना तक? चलो जी स्केल करिए फिर सब, क्योंकि आप ये नहीं सकना है, स्केल पे कर रहे हैं। स्केल कर ओके। 1.8 का स्केल करो, 18 का स्केल 324। स्केल याद रखो, पहले कहना उन्हें सी सेट 10 में जिन्होंने बनाया कि उससे वाली स्केल याद रखो। 3.24 ठीक है जी। 18 का 324 होता है वैसे, तो 3.24 क्योंकि पॉइंट 2 तो बाद है। फिर 22 का स्केल 484। 4.84। पॉइंट 2 था 0.04। पॉइंट 8 था 0.64। 2.8 था 28 का स्केल 784। 7.84 ठीक है। 32 का स्केल है 10 124 में देखिए 24, तो इतने आएगा 10 होपफुली क्लियर होएगा। सो इस तरह का सिस्टम समझ आ गया भाई? किसी डाउट है प्लीज बोलो, इनो प्लस करो। एडिशन प्लस ओके जी। ऑनलाइन ऑफलाइन समझ आ रहा है बहुत, मतलब आराम ਨਾਲ ਚੱਲ ਰਿਹਾ ਹੈ। ਉਹਦਾ ਕਾਰਨ ਤੁਹਾਡੇ ਲਈ ਹੈ ਕਿ ਤੁਹਾਨੂੰ ਸਮਝ ਆ ਸਕੇ, ਪੇਸ ਨੂੰ ਸਮਝ ਕਈ ਵਾਰ ਆਉ ਵੀ ਜਾਊਗੀ ਪਰ ਕੰਮ ਜ਼ਿਆਦਾ ਕਰੂਗੀ। ਸੋ ਕੁਝ ਨਹੀਂ ਕਰਨਾ, ਐਕਸ ਲਿਖਿਆ ਹੋਇਆ ਹੈ, ਸਾਈ ਦਾ ਸਮ ਕੱਢ ਲਓ, ਸਮ ਨੂੰ ਡਿਵਾਈਡ ਬਾਈ n ਕਰ। ਸੋ n ਕਿੰਨਾ 6, ਕਿੱਥੋਂ ਆਇਆ 6? ऑब्जर्वेशन 6 1 2 3 4 5 6 ऑब्जर्वेशन ने n आ गया। सो 35/6 ओके जी। 35/6 कितना? 5.83। 5.83 ਦਾ 5.8 ਲੈ ਲਈਏ, ਲੈ ਸਕਦੇ ਕੋਈ ਏਡੀ ਗੱਲ ਨਹੀਂ ਹੈਗੀ, ਇੰਨਾ ਗਰਾਊਂਡ ਚੱਲਦਾ ਹੈ। ਜੇ ਕਿਤੇ 7 ਹੁੰਦਾ ਉਰੇ ਤਾਂ 5.9 ਕਰ ਲੈਂਦੇ, ਇਹ ਯਾਦ ਰੱਖਿਓ।
ਜੇ 8 ਤੋਂ ਬਾਅਦ ਜਿਵੇਂ ਵੈਲਿਊ ਆਈ ਆ, ਇਹ ਆਈ ਆ ਆਪਣੀ 5.83, 5.87 ਹੁੰਦੀ, 5.89 ਹੁੰਦੀ, ਤਾਂ ਤੁਸੀਂ 5.9 ਲੈਂਦੇ, ਰਾਉਂਡ ਆਫ ਕਹਿੰਦੇ ਆ ਜਨਰਲ ਆਪਾਂ ਭਾਸ਼ਾ ਚ। ਠੀਕ ਹੈ, ਕਰ ਸਕਦੇ ਆ ਆਪਾਂ। ਤਾਂ ਮੈਂ 5.8 ਲੈ ਕੇ ਚੱਲ ਪਿਆ। ਅੱਛਾ ਜੇ ਕੋਈ ਨਹੀਂ ਸਰ मैं तो एक्यूरेट जाऊंगा, कर लो, ये दिक्कत है। करना स्टेप यही है, उन्हें 3 रखो, माइनस करके स्केयर करो, स्केयर का सम कर लो, आ जाऊगा। उन्हें स्केयर का सम कर, 4 8 12 16 20 24, 24 का 4 2 कह रहे हैं, 2 4 और 8 12 18 18 में 26 28 28 का 8 सर 2 बच्चे हुआ, 2 कैरी होगा, 2 कैरी हो गए थे। फिर 2 3 5 4 9 7 16 की कैरी 26.83 आ गया। भाई ध्यान ਨਾਲ देख सकते बोर्ड पे 26.83, गुड जी, जिन्होंने कैलकुलेशन कर ली वेरी गुड, 26.83 आ गया। नाउ फोकस कर रहे हैं, 26.83 आ गया। देन वेरिएंस करना है, और वेरिएंस का फॉर्मूला समेशन xi माइनस स्क्वायर बाय, अच्छा सिग्मा भी बोलते हैं पर्सन, ठीक है, वेरी गुड संजू। तो क्या करना है, 26.84, 26.84, कई बार पंजाबी का बड़ा कॉइन, मैं तो पंजाब च पढ़ रहे हैं, ते पता ही होगा सुन, स्टेल करनी 26.84 नु अगेन डिवाइड कर 6 नाल, सर 6 क्यों जी, क्योंकि ऑब्जर्वेशन जो एक्स है इतना रहेगा, ऑब्जर्वेशन चलेंगे, ठीक है। 26.84 नु जब तुम डिवाइड करोगे, ये अप्रोक्सीमेट आंसर बन रहा है संजी क्लास कितना बन गया, करो करो, कोई गल नहीं, एक मिनट लाऊंगा, कोई जल्दबाजी नहीं अपन उस तरह की। 26.84 को कैलकुलेटर यूज नहीं करेगा, क्योंकि कैलकुलेटर अलाउड नहीं है। एग्जैक्ट बन रहा है थोड़ा ये 4.47, और सो दिस इज योर वेरिएशन या वेरिएंस, ठीक है, लगभग लगभग मीन दे लाने है, स्मॉल वेरी, दसा ना तुहानू पिछले वाला वध वेरी कर गया था, अज घट वेरी करे। सो दो तरह डाटा होंगे, या तो वध वेरी करूगा या घट वेरी करूगा। हाँ जी क्लीयर, पहला मीन निकलता होंगे, मीन तो वेरिएंस निकलता होंगे, और वेरिएंस तो जाके स्टैंडर्ड डेविएशन निकलती है, वेरिएंस तो ही आप स्टैंडर्ड डेविएशन करते हैं। और वेरिएंस का सिंबल भी होता है, मैं भूल गया, उसमें बस सिग्मा स्क्वायर लिखते हैं, क्या बोलते हैं, सिग्मा स्क्वायर, ये वेरिएंस का सिंबल है, जिसमें कि मीन का सिंबल होता है या तो एक्स बार या म्यू, ये मीन का सिंबल है। एवं ही वेरिएंस का सिंबल है सिग्मा स्क्वायर, सिग्मा, ठीक है, तो मैं इसको इस वैल्यू सिग्मा स्क्वायर में कह सकता हूं। ओके क्लास, होपफुली समझ आया। सो मैंने सारे प्लीज एक बार रिप्लाई बैक कर दो, जेडे ऑनलाइन ने या ऑफलाइन ने, भी थोड़ा इस गल क्लीयर आ। हाँ जी, अगले वेरिएंस भी सीख गए, क्लियर, ओके जी, गुड, वेरी गुड, डन, गुड, ठीक है जी। सो इस तरह अपन वेरिएंस क्लियर हो गया, ठीक है, सिंपल पता चल गया वेरिएंस का। बोला तो मैं ही जस्ट मैं कराऊंगा डिटेल चाहे जस्ट एक मिनट लिए, जे मैंने रखनी है स्टैंडर्ड डेविएशन क्या होती है क्या नहीं, मैं डिस्कस करांगा जी, मैं वेरिएंस डिस्कस करा। पर अगर मैं वैसे स्टैंडर्ड डेविएशन कढनी है, तो स्टैंडर्ड डेविएशन का फॉर्मूला होता है अंडर रूट ऑफ वेरिएंस, इस तरह इतने पर सिग्मा स्क्वायर देगा, सिग्मा ले कौन सा सही है, जे किसी की स्क्वायर का अंडर रूट करांगे तो सिंपल है, इस डाटा में सिलेक्शन रहेगी 4.47, ठीक है जी। जे आप और स्टैंडर्ड डेविएशन देखिए तो आएगी अपनी 4.47 दी, आप स्टैंडर्ड डेविएशन कर देंगे। स्केयर रूट आंदा होगा सबनों, वही सीखा होगा स्केयर रूट, जो नहीं सीखा मैं सिखा दूंगा बोर्ड पे, कोई चक्कर नहीं है। हाँ जी क्लास, स्केयर रूट पता नहीं समझता, ठीक है, लाऊंगा क्लास, अगली क्लास 10 मिनट स्केयर रूट पे लाऊंगा। सो स्केयर रूट कर लेंगे 2.9 अप्रॉक्स पर होगा, ठीक है जी। कि मैं कर दें और सिखा दूंगा बिना कैलकुलेटर तो, कोई ऐसी गल नहीं है। फिर तुम नोट कर लो 2.9, सो दिस इज स्टैंडर्ड डेविएशन ਹੁੰਦੀ ਕੀ ਹੈ, ਆਪਾਂ ਇਹਦੇ ਗੱਲ ਵੀ ਕਰਾਂਗੇ
ਇਹ ਮਤਲਬ ਕੱਢਣੀ ਸਿਖਾਈ ਹੈ ਸਿਰਫ ਵਾਲੇ, ਕਿ ਜੇ ਤੁਸੀਂ ਕੱਢਣੀ ਪੈ ਜਾਏਗੀ ਤਾਂ ਸਟੈਂਡਰਡ ਡੇਵੀਏਸ਼ਨ ਕੱਢ ਸਕਦਾ। ਓਕੇ ਜੀ, ਲੱਗ ਗਈ ਪਤਾ ਵੇਰੀਅਸ ਤੋਂ ਬਾਅਦ ਸਟੈਂਡਰਡ ਡੇਵੀਏਸ਼ਨ। ਠੀਕ ਹੈ ਜੀ, ਬਸ ਇੱਕ ਸੈਕਿੰਡ ਲਈ ਰੁਕਦੇ ਹਾਂ ਜੀ, ਫਿਰ ਆਪਾਂ ਅੱਗੇ ਚੱਲਾਂਗੇ, 1 ਮਿੰਟ ਲਈ ਜਸਟ। सो क्लास होपफुली समझ आया होगा इधर तक। क्या जी क्लियर है? गुड, शाबाश। सो कहने का मीनिंग मेरा की होया, ਤਾਂ ਪੰਜ ਚੀਜ਼ਾਂ ਅਗਰ ਆਪਾਂ ਦੇਖੀਏ, ਮੀਨ ਲੱਗ ਗਿਆ ਪਤਾ, ਮੀਡੀਅਨ ਲੱਗ ਗਿਆ ਪਤਾ, ਮੋਡ ਲੱਗ ਗਿਆ ਪਤਾ, वेरिएंस लग गया पता, फॉर्मूला क्या हो गया। ठीक है जी, स्टैंडर्ड डेविएशन वो लग गया पता, रूट ऑफ वेरिएंस। सो एग्री करोगे ये पांच चीजें दे? सिंपल मीन नोट बना लो, मैं बोल रहा हूं आपको, सिंपल मीडियन सी, जब फॉर्मूला पता है मोड का। सो ये पांच चीजें, स्टैंडर्ड डेविएशन, स्टैंडर्ड डेविएशन निकलती है मैडम वेरिएंस दी वैल्यू ਦਾ ਸਕੇਲ ਬਣਾ ਦੋ। ਇਹ ਤਾਂ ਆਪਾਂ ਅਗਲੀ ਕਲਾਸ ਜਿਸ ਤੇ ਗੱਲ ਕਰਾਂਗੇ ਡਿਟੇਲ ਚ, ਵੀ ਇਹਦਾ ਮਤਲਬ ਕੀ ਹੈ ਕਿਵੇਂ ਨਹੀਂ। ਸਿਰਫ ਕੈਲਕੂਲੇਸ਼ਨ ਪੁਆਇੰਟ ਆਫ View ਨਾਲ ਸਿੱਖ ਲਓ। ਜਦੋਂ ਵੇਰੀਐਂਸ ਆ ਜਾਂਦੀ ਹੈ, ਜੋ ਵੀ ਵੈਲਿਊ ਆਉਂਦੀ ਹੈ ਵੇਰੀਐਂਸ ਦੀ, ਮੰਨ ਲਓ ਵੇਰੀਐਂਸ ਦੀ ਵੈਲਿਊ ਆ ਗਈ 16, ਉਹਦਾ ਸਕੇਲ ਉਡੇਗਾ 4, ਉਹ ਸਟੈਂਡਰਡ ਡੇਵੀਏਸ਼ਨ ਹੈ। ਠੀਕ ਹੈ ਜੀ, ਮਤਲਬ ਕਦੀ ਵੀ ਸਟੈਂਡਰਡ ਡੇਵੀਏਸ਼ਨ ਕੱਢਣੀ ਆ, ਵੇਰੀਐਂਸ ਦਾ ਸਕੇਲ ਰੂਟ ਹੁੰਦਾ ਉਹ। ਜਦੋਂ ਮੈਂ ਕੱਲ ਦਾ ਲੈਕਚਰ ਡੇ 4 ਸ਼ੁਰੂ ਕਰੂੰਗਾ ਤਾਂ ਉਸ ਤੋਂ ਆਪਾਂ ਪਹਿਲਾਂ ਗੱਲ ਹੀ ਇਸ ਤੋਂ ਕਰਾਂਗੇ, ਜਿਵੇਂ ਅੱਜ ਗੱਲ ਕੀਤੀ ਹੈ ਡੇ 3 ਤੇ, ਕਿ ਸਟੈਂਡਰਡ ਡੇਵੀਏਸ਼ਨ ਹੁੰਦੀ ਕੀ ਆ, ਮਤਲਬ ਕੀ ਹੈ। ਕੱਢਣੀ ਆ ਗਈ, ਕੈਲਕੂਲੇਸ਼ਨ ਆ ਗਈ, ਪਲੀਜ਼ ਇਹ ਕਨਫਰਮ ਕਰ ਦਿਓ ਇੱਕ ਵਾਰੀ ਕਿ ਸਟੈਂਡਰਡ ਡੇਵੀਏਸ਼ਨ ਕੱਢਦੇ ਕਿਵੇਂ ਆ। वेरिएंस ਦਾ ਸਕੁਅਰ ਰੂਟ। ਓਕੇ ਜੀ, ਗੁੱਡ। ਸੋ ਵੇਰੀਐਂਸ ਦਾ ਸਕੁਅਰ ਰੂਟ ਕੀ ਹੁੰਦੀ ਹੈ? ਸਟੈਂਡਰਡ ਡੇਵੀਏਸ਼ਨ। ਸੋ ਇਹ ਪੰਜ ਚੀਜ਼ਾਂ ਆਪਣੀਆਂ ਡੇ 3 ਤੱਕ ਦੀਆਂ ਕਵਰ ਨੇ, ਮੀਨ, ਮੀਡੀਅਨ, ਮੋਡ, ਵੇਰੀਐਂਸ, ਠੀਕ ਹੈ ਜੀ, ਸਟੈਂਡਰਡ ਡੇਵੀਏਸ਼ਨ। ਸੋ ਪਲੀਜ਼ ਇੱਥੇ ਤੱਕ ਦਾ ਨੋਟਸ ਬਣਾ ਕੇ ਰੱਖੋ, ਤੁਹਾਨੂੰ ਜਲਦੀ ਹੀ ਇਹਦੀ ਜਿਹੜੇ ਸਟੂਡੈਂਟ ਨੇ ਲਾਂਚ ਪੈਡ ਦੇ ਜਾਂ ਜਿਹੜੇ ਆਨਲਾਈਨ ਦੇਖ ਰਹੇ ਨੇ ਸਾਡੇ YouTube ਤੇ, ਉਹ ਆਪਣੇ ਸਾਡੇ ਕਾਉਂਸਲਰਸ ਨਾਲ ਜਿਹੜੇ ਨੰਬਰ ਦਿੱਤੇ ਹੋਏ ਨੇ ਉੱਥੇ ਕੰਟੈਕਟ ਕਰੋ। ਇਹਦੇ ਤੁਹਾਨੂੰ ਸਾਰਾ ਮਟੀਰੀਅਲ, ਇਹਦੇ ਪ੍ਰੈਕਟਿਸ ਸ਼ੀਟ ਮਿਲ ਜੂਗੀ। ਜਿਹੜੇ ਆਲਰੇਡੀ ਲਾਂਚ ਪੈਡ ਦੇ ਸਟੂਡੈਂਟ ਨੇ ਉਹਨਾਂ ਦੇ ਟੈਲੀਗ੍ਰਾਮ ਜਾਂ WhatsApp ਵਿੱਚ ਆ ਜੂਗੀ ਸ਼ੀਟ, ਇਸ ਤੇ ਅੱਜ 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 ਜਾਂ ਕੱਲ ਤੱਕ ਆ ਜੂਗੀ, ਕੱਲ ਈਵਨਿੰਗ ਤੱਕ। ਔਰ ਜਿਹੜੇ ਆਨਲਾਈਨ ਦੇਖ ਰਹੇ ਹੋ, ਸਾਡੇ ਨਾਲ ਜੁੜਨਾ ਚਾਹੁੰਦੇ ਲਾਂਚ ਪੈਡ ਦੇ ਆਈਐਸ ਦੇ ਪੋਰਟਲ ਤੇ, ਉਹ ਕੰਟੈਕਟ ਕਰਕੇ ਜੁੜ ਸਕਦੇ ਹੋ। ਤੇ ਆਪਣੇ ਆਪ ਨੂੰ ਰਜਿਸਟਰ ਕਰਕੇ, ਫ੍ਰੀ ਆਫ ਕਾਸਟ ਰਜਿਸਟਰ ਕਰਕੇ, ਕੋਈ ਪੈਸੇ ਨਹੀਂ ਹੈਗੇ, ਤੁਸੀਂ ਟੈਟਸ ਦਾ ਮਟੀਰੀਅਲ ਲੈ ਸਕਦੇ ਹੋ ਇੰਸਟੀਟਿਊਟ। ਠੀਕ ਹੈ ਜੀ, ਥੈਂਕ ਯੂ ਆਲ ਫॉर ਟੁਡੇ। ਅੱਜ ਇੱਥੇ ਰੋਕਾਂਗੇ ਕਿਉਂਕਿ ਮੈਨੂੰ ਲੱਗਦਾ ਹੈ ਪਹਿਲਾਂ ਇਸ ਕੰਸੈਪਟ ਤੱਕ ਪ੍ਰੈਕਟਿਸ ਕਰ ਲਓ। ਠੀਕ ਹੈ ਜੀ, ਪੰਜ ਚੀਜ਼ਾਂ ਪੱਕੀਆਂ ਕਰ ਲਓ, ਇਹਦੇ ਕੁਐਸਚਨ ਦਵਾਂਗੇ ਤੁਹਾਨੂੰ, ਕੁਐਸਚਨ ਪ੍ਰੈਕਟਿਸ ਕਰ ਲਓ ਪ੍ਰੀਵੀਅਸ ਈਅਰ, ਦੈਨ ਅੱਗੇ ਵਧਣ ਦਾ ਫਾਇਦਾ ਹੈ, ਕਿਉਂਕਿ ਇਹਦੇ ਕੰਸੈਪਟ ਥੋੜੇ ਜਿਹਾ ਜ਼ਿਆਦਾ ਐਨਲਾਰਜ ਹੋ ਜਾਣਗੇ, ਥੋੜੇ ਜ਼ਿਆਦਾ ਡਿਸਕ੍ਰਿਪਟਿਵ ਹੋ ਜਾਣਗੇ। ਤਾਂ ਇੱਥੇ ਰੁਕਦੇ ਹਾਂ, ਪਹਿਲਾਂ ਪੰਜ ਚੀਜ਼ਾਂ ਤੇ ਪ੍ਰੈਕਟਿਸ ਕਰਨਾ ਤੁਹਾਡੀ, ਦੈਨ ਅੱਗੇ ਵਧਦੇ ਹਾਂ। ਠੀਕ ਹੈ, ਥੈਂਕ ਯੂ ਟੂ ਆਲ, ਸਟੇ ਟਿਊਨ ਐਟ ਲਾਂਚਪੈਡ ਆਈਐਸ YouTube ਚੈਨਲ। ਓਕੇ ਜੀ, ਠੀਕ ਹੈ ਕਲਾਸ, ਆਫਲਾਈਨ ਓਕੇ, ਆਨਲਾਈਨ ਓਕੇ, ਸਮਝ ਆ ਗਿਆ ਹੋਪਫੁਲੀ, ਬਹੁਤ ਤੁਹਾਨੂੰ ਵਧੀਆ ਸਮਝ ਆਊਗਾ। ਜੁੜੇ ਰਹੋ ਸਾਡੀ ਸੀਰੀਜ਼ ਦੇ ਨਾਲ, ਸਟੈਟਸ ਦਾ ਪੂਰਾ ਕਰਾਵਾਂਗੇ, ਵਿੱਚ ਨਹੀਂ ਛੱਡਦੇ ਜਿਵੇਂ ਬਾਕੀ ਛੱਡ ਦਿੰਦੇ ਨੇ। ਇੱਕ ਇੱਕ ਚੀਜ਼ ਪੂਰੀ ਹੋਊਗੀ, ਔਰ ਇਸ ਤਰ੍ਹਾਂ ਹੀ ਹੋਊਗੀ ਜਿਵੇਂ ਹੁਣ ਚੱਲ ਰਹੀ ਹੈ, ਐਂਡ ਇਸੀ ਪੇਜ ਤੇ ਹੋਊਗੀ, ਤਾਂ ਕਿ ਤੁਸੀਂ ਖੁਦ ਕੈਲਕੂਲੇਸ਼ਨ ਕਰ ਸਕੋ। ਠੀਕ ਹੈ, ਥੈਂਕ ਯੂ ਟੂ ਆਲ। ਓਕੇ।